ਤੇ ਹਜ਼ੂਰ ਪਾਤਸ਼ਾਹ ਜੀ ਦੇ ਪਵਿੱਤਰ ਸੁੰਦਰ ਸਜੇ ਦਰਬਾਰ ਦੀ ਗੁਰੂ ਦੇਵ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਆਪਾਂ ਇਸ ਪਵਿੱਤਰ ਪ੍ਰਭਾਤ ਵੇਲੇ ਦੇ ਸਜੇ ਦੀਵਾਨ 'ਚ ਉਪਸਥਿਤ ਹੋ ਕਰਕੇ ਸਾਰਿਆਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਤਿਗੁਰੂ ਜੀ ਦੀ ਤੁਰਕੀ ਬਾਣੀ ਦੇ ਹਰ ਜਸ ਸਰਵਣ ਕੀਤੇ। ਆਓ ਕੁਝ ਸਮਾਂ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਵਿਚਾਰ ਜੋ ਆਪ ਜੀਆਂ ਨੇ ਸ਼ਰਧਾ ਭੈ ਭਾਵਨੀ ਸਾਹਿਤ सतगुरु के अमृत बचन मूल पाठ अति सत्कारयोग सिंह साहिब जी होरां पासों अमृत बचन सरवण कीते हजूर गुरु अर्जुन दे महाराज जी दे उचारण कीते। इन पवित्र अमृत बचनां दी विचार समय निर्धारित रह करके ਆਪਾਂ ਨੇ ਸਾਂਝੀ ਕਰਨੀ ਹੈ। ਸੰਖੇਪ ਭਾਵ ਇਹ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਉਸ ਕਰਤੇ ਪੁਰਖ ਪਰਮੇਸ਼ਵਰ ਦਾ ਪਵਿੱਤਰ ਨਾਮ ਸਾਨੂੰ ਸਵਾਸ ਸਵਾਸ ਜਪਣ ਦੀ ਪ੍ਰੇਰਨਾ ਕੀਤੀ ਹੈ और दसिया कि जिस करते दा नाम तू आउंदे जांदे साह नाल जपना है, उस प्यारे प्रीतम नू सदा नमस्कार कर। उहदे पवित्र पावन दर घर दी धूड़ी लै करके ये मानस मनुखा जन्म सफला कर। ऐसियां बख्शिशां पवित्र उपदेश संदेश राही दातार जी कृपा करदे ने। आओ सतगुरु पातशाह आप कृपा दया तरस करके अपने दर घर दी सिफत सलाह आप विच वरतकार असीस बख्शिश कर करवा लैन। समुची विचार दी आरंभता तो पहला प्यार साहित समूह संगत गुरु चरना च लवाऊ हाजरी आसीस बख्शो। रसना दी पवित्रता लई उचारण करो जी सतनाम श्री वाहिगुरु साहिब जीओ। फिर कृपा बख्शिश करो जी सतनाम श्री वाहिगुरु साहिब जीओ। सतगुरु श्री गुरु ग्रंथ साहिब सच्चे पातशाह जी दे मुबारक अमृत 518 नंबर अंग ऊपर गोजरी की वार अंदर सतगुरु पंजवें पातशाह जी दे श्री मुख उच्चारण कीते पवित्र बचन 4 नंबर पौड़ी सलोकां साहित शोभायमान है। इस पवित्र अमृत पौड़ी नाल दातार जी ने 2 सलोक दर्ज कीते हैं। दोवें सलोक सतगुरु पंजवें पातशाह जी दे उचारण कीते ने। जिहड़े गुरमुख सहज पाठ करदे बाणी दी सेवा निभांदे उन्हां नूं इस गल दा बोध है कि गुरु पातशाह अमृत रसना तो पौड़ियां दे नाल सलोक गुरु पातशाह जी ने जिस जिस स्वरूप दे
ਜਿਸ ਰਾਗ ਅੰਦਰ ਬਖਸ਼ਿਸ਼ ਕੀਤੇ ਉਸ ਵਾਰ ਵਿੱਚ ਦਰਜ ਕੀਤੇ ਉਹਨਾਂ ਪੌੜੀਆਂ ਨਾਲ। ਜਿਵੇਂ ਹੁਣੇ ਆਪਾਂ ਨੇ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ, ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਸਲੋਕਾਂ ਨਾਲ ਆਪਾਂ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਲੋਕਾਂ ਦੇ ਵੀ ਪਾਵਨ ਦਰਸ਼ਨ ਪ੍ਰਾਪਤ ਕੀਤੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪੌੜੀਆਂ ਨਾਲ 2 ਸ਼ਲੋਕ 3 4 ਜਿਵੇਂ ਜਿਵੇਂ ਜਿਸ ਪੌੜੀ ਨਾਲ ਜਿਸ ਗੁਰੂ ਦੇਵ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਨੇ ਉਹਨਾਂ ਨੂੰ ਦਾਤਾਰ ਜੀ ਨੇ ਦਰਜ ਕੀਤਾ ਹੈ। ਦੂਸਰੀ ਬੇਨਤੀ ਗੁਰਮੁਖੋ, ਕਈ ਵਾਰੀ ਆਮ ਕਰਕੇ ਜਦੋਂ ਕੋਈ ਸਤਿਗੁਰੂ ਕੀ ਵਾਰ ਵਿੱਚੋਂ ਸਹਿਜ ਪਾਠ ਕਰਦਾ ਹੋਵੇ ਜਾਂ ਸਤਿਗੁਰੂ ਦੇ ਖਜ਼ਾਨੇ ਤੋਂ ਹੁਕਮ ਲੈਣ ਲੱਗਾ ਹੋਵੇ ਤੇ ਪੌੜੀ ਵਿੱਚ ਨਾਨਕ ਪਦ ਨਾ ਹੋਣ ਤੇ ਕਈ ਵਾਰੀ ਕਈ ਸੱਜਣ ਅਗਲੀ ਪੌੜੀ ਨਾਲ ਉਚਾਰੇ ਹੋਏ ਸ਼ਲੋਕ ਨੂੰ ਪੜ੍ਹ ਜਾਂਦੇ ਨੇ। ਫਿਰ ਤਵੱਜੋ ਦਿਆ ਜੀ, ਬੇਨਤੀ ਦਾਸ ਦੁਹਰਾ ਦਿੰਦਾ। ਗੁਰੂ ਦੇਵ ਜੀ ਦੇ ਪਵਿੱਤਰ ਖਜ਼ਾਨੇ ਵਿੱਚ ਮਨ ਵਿੱਚ ਇੰਜ ਆਉਂਦਾ ਵੀ ਜਦੋਂ ਨਾਨਕ ਪਦ ਆਉਂਦਾ ਹੈ ਸ਼ਬਦ ਦੀ ਸੰਪੰਨਤਾ ਹੈ। ਹੁਣ ਪੌੜੀ ਵਿੱਚ ਨਾਨਕ ਪਦ ਦਰਜ ਨਾ ਹੋਵੇ ਤੇ ਫਿਰ ਭੁਲੇਖਾ ਲੱਗ ਜਾਂਦਾ ਕਈ ਵਾਰੀ ਕਈ ਸੱਜਣਾਂ ਨੂੰ। ਉਹ ਅਗਲੀ ਪੌੜੀ ਦੇ ਨਾਲ ਗੁਰੂ ਦੇਵ ਜੀ ਦਾ ਉਚਾਰਿਆ ਹੋਇਆ ਸ਼ਲੋਕ ਪੜ੍ਹ ਲੈਂਦੇ ਨੇ ਤੇ ਫਿਰ ਫਤਿਹ ਬੁਲਾਉਂਦੇ ਨੇ। ਇਸ ਨੂੰ ਆਪ ਜੀ ਦੇ ਸਮਕਸ਼ ਦਾਸ ਰੱਖਦਾ ਹੈ ਕਿ ਪੌੜੀ ਤੋਂ ਬਾਅਦ ਲੱਗੇ ਅੰਕ ਦਾ ਅਸੀਂ ਵਿਸ਼ੇਸ਼ ਧਿਆਨ ਰੱਖੀਏ ਕਿ ਜਦੋਂ ਪਾਤਸ਼ਾਹ ਜੀ ਨੇ ਤਰਤੀਬ ਵਿੱਚ ਅੰਮ੍ਰਿਤ ਪੌੜੀਆਂ ਦੀ ਗਿਣਤੀ ਦਾ ਅੰਕ ਜਿਹੜਾ ਹੈ, ਜਿਵੇਂ ਅੱਜ ਆਪਾਂ ਇਹ 4 ਨੰਬਰ ਪੌੜੀ ਤੇ ਅੰਕ 4 ਲੱਗਾ ਹੈ। ਇਦੋਂ ਪਹਿਲਾਂ ਸ਼ਲੋਕ ਨੇ ਮਹਾਰਾਜ ਸਾਹਿਬ ਨੇ ਪਹਿਲੇ ਸ਼ਲੋਕ ਨਾਲ 1 ਅੰਕ ਲਾਇਆ, 2 ਨੰਬਰ ਸ਼ਲੋਕ ਨਾਲ 2 ਅੰਕ ਲਾਇਆ। ਪੌੜੀ ਵਿੱਚ ਤਰਤੀਬ 1 ਅੰਕ ਜਿਵੇਂ ਪੌੜੀ ਚੱਲ ਰਹੀ ਹੈ ਉਸ ਅੰਦਰ ਮਹਾਰਾਜ ਜੀ ਨੇ ਉਸੇ ਪ੍ਰਕਾਰ ਹੀ ਦਰਜ ਕੀਤਾ ਹੈ। ਤੋ ਸਾਨੂੰ ਪਾਠ ਕਰਦੇ ਹਾਂ ਇਸ ਗੱਲ ਦਾ ਬਹੁਤ ਗੌਰ ਕਰਨਾ ਚਾਹੀਏ ਕਿ ਉਸ ਪੌੜੀ ਤੇ ਹੀ ਸੰਪੰਨਤਾ, ਜਿਵੇਂ ਸਿੰਘ ਸਾਹਿਬ ਜੀ ਹੋਰਾਂ ਪਾਸੋਂ ਪੂਰਨ ਪਾਠ ਆਪ ਜੀ ਨੇ ਸਰਵਣ ਕੀਤਾ, ਅਸੀਂ ਅਗਲਾ ਸ਼ਲੋਕ ਉਸ ਪੌੜੀ ਤੋਂ ਅੱਗੇ ਨਹੀਂ ਜਾਣਨਾ। ਜੇ ਉਹ ਪੜਿਆ ਪਰ ਉਹ ਅਗਲੀ ਪੌੜੀ ਨਾਲ ਨੇ। ਤੋ ਇਹ ਕਈ ਵਾਰੀ ਕਈ ਸੱਜਣ ਇਸ ਤਰ੍ਹਾਂ ਭੁਲੇਖਾ ਖਾਵਣ ਤਾਂ ਉਹ ਫਿਰ ਕਈ ਵਾਰੀ ਬਚਨ ਕਰਦੇ ਵੀ ਨਾਨਕ ਪਦ ਆਇਆ ਨਹੀਂ, ਇਸ ਕਰਕੇ ਅਸੀਂ ਅੱਗੇ ਉਚਾਰਿਆ, ਅੱਗੇ ਪਾਠ ਕੀਤਾ। ਸਹਿਜ ਪਾਠ ਕਰਦੇ ਹੋਵਣ ਤੇ ਉਹ ਸਤਿਗੁਰੂ ਦੇ ਸ਼ਬਦ ਪੜ੍ਹ ਕੇ ਬਚਨ ਪੜ੍ਹ ਕੇ ਫਤਿਹ ਬੁਲਾਣੀ ਹੋਵੇ ਤੇ ਇਸ ਗੱਲ ਦਾ ਕਈ ਵਾਰੀ ਭੁਲੇਖਾ ਲੱਗ ਜਾਂਦਾ। ਤੋ ਇਹ ਸਾਨੂੰ ਬਹੁਤ ਵਾਰ ਵਿੱਚ ਜਦੋਂ ਅਸੀਂ ਪਾਠ ਕਰਦੇ ਹੋਈਏ ਇਸ ਗੱਲ ਦਾ ਗੌਰ ਕਰਨਾ ਚਾਹੀਏ। ਅੱਜ ਦੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਆਪ ਜੀ ਅਕਸਰ ਕੀਰਤਨ ਪਾਠ ਅਧੀਨ ਸਰਵਣ ਵੀ ਕਰਦੇ ਹੋ। ਗੁਰਮੁਖਾਂ ਦੀ ਅੰਮ੍ਰਿਤ ਰਸਨਾ ਤੇ ਇਹ ਬਚਨ ਗਾਲ ਬਨ ਕੰਠ ਨੇ। ਸਾਧ ਸੰਗਤ, ਲੜੀ ਵਿਚਾਰ ਦੇ ਅਧੀਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਇਸ ਮੁਬਾਰਕ ਅਸਥਾਨ ਤੇ ਅੱਜ ਇਹਨਾਂ ਪਾਵਨ ਬਚਨਾਂ ਨੂੰ ਵਿਚਾਰ ਦੇ ਅਧੀਨ ਗੁਰੂ ਸਾਹਿਬ ਨੇ ਵਾਚਨ ਦਾ ਸੁਭਾਗ ਬਖਸ਼ਿਆ। ਤੋ ਮਹਾਰਾਜ ਜੀ ਨੇ ਪਹਿਲਾ ਅੰਮ੍ਰਿਤ ਬਚਨ ਬਖਸ਼ਿਸ਼ ਕੀਤਾ ਹੈ ਸ਼ਲੋਕ ਮਹੱਲਾ 5ਵਾਂ। ਇਹ ਵੀ ਇੱਕ ਬੇਨਤੀ ਦਾਸ ਕਰਦਾ, ਜਦੋਂ ਸਤਿਗੁਰਾਂ ਨੇ ਪੌੜੀ ਤੋਂ ਅੱਗੇ ਪੂਰਨ ਅੱਖਰ ਰੂਪ ਵਿੱਚ ਸ਼ਲੋਕ ਲਿਖ ਕੇ ਦਰਜ ਕੀਤਾ ਹੈ, ਦੂਜਾ ਸ਼ਲੋਕ ਹੈ ਤੇ ਕੱਲਾ ਮਹੱਲਾ 5ਵਾਂ ਲਿਖਿਆ ਦੁਬਾਰਾ, ਫਿਰ ਉਹਦਾ ਸਰੂਪ ਸ਼ਲੋਕ ਮਹੱਲਾ 5ਵਾਂ ਨਹੀਂ ਹੈ, ਤਾਂ ਸ਼ਲੋਕ ਹੀ ਹੈ, ਪਰ ਉਹ ਭੁਲੇਖਾ ਨਾ ਲੱਗੇ ਸਾਨੂੰ, ਤਾਂ ਜੋ ਕਿ ਗੁਰੂ ਦੇਵ ਨੇ ਪੌੜੀ ਤੋਂ ਅਗਲੀ ਪੌੜੀ ਨਾਲ ਜਦੋਂ ਸ਼ਲੋਕ ਉਚਾਰਨ ਕੀਤਾ ਤੇ ਉਹਦੇ ਨਾਲ ਸ਼ਲੋਕ ਲਿਖ ਕੇ ਫਿਰ ਬਚਨ ਜਿਹੜਾ ਹੈ ਉਸ ਨੂੰ ਦਰਜ ਕੀਤਾ। ਤੋ ਇੱਥੇ ਗੁਰੂ ਪਿਤਾ ਜੀ ਨੇ ਇਹ ਜੋ ਪ੍ਰਥਮ ਸ਼ਲੋਕ ਦੀ ਕਿਰਪਾ ਕੀਤੀ ਹੈ,
ਬਚਨ ਖਨ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ। ਮਹਾਰਾਜ ਜੀ ਕਹਿੰਦੇ, ਹੇ ਮਾਲਕ, ਹੇ ਪ੍ਰਭੂ, ਹੇ ਸੱਜਣ, ਮੈਂ ਪਰਮੇਸ਼ਵਰ ਤੇਰੇ ਚਰਨਾਂ ਦੀ ਸਦਾ ਹੀ, ਸਦ ਦੱਦਾ ਮੁਕਤ ਰੱਖਿਆ ਗੁਰੂ ਪਿਤਾ ਨੇ, ਇੱਕ ਵੇਲੇ ਦੀ ਗੱਲ ਨਹੀਂ, ਮੈਂ ਤੇਰੇ ਪਾਵਨ ਚਰਨਾਂ ਦੀ ਸਦਾ ਧੂੜ ਬਣਾ, ਖਾਕ ਬਣਾ, ਭਾਵ ਮੈਂ ਤੇਰੇ ਚਰਨਾਂ ਵਿੱਚ ਸਦਾ ਆਪਣਾ ਅਕੀਦਾ ਜਿਹੜਾ ਹੈ ਇਸ ਨੂੰ ਮਾਲਕ ਜੀ ਆਪ ਜੀ ਦੇ ਚਰਨਾਂ 'ਚ ਅਰਪਣ ਕਰ ਸਕਾਂ, ਭੇਟ ਕਰ ਸਕਾਂ, ਚਰਨਾਂ ਨੂੰ ਸਮਰਪਿਤ ਕਰ ਸਕਾਂ। ਇਹ ਸਾਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਆਪਾ ਬਲਿਹਾਰ ਕਰਨਾ। ਮਾਂ ਕਵੀ ਭਾਈ ਸੰਤੋਖ ਸਿੰਘ ਚੂੜਾਮਣੀ ਜਦੋਂ ਧੰਨ ਗੁਰੂ ਨਾਨਕ ਨਿਰੰਕਾਰ ਗਰੀਬ ਨਵਾਜ ਜਗਤ ਜਲੰਦੇ ਦਾ ਭਲਾ ਕਰਦੇ ਦਾਤਾਰ ਜੀ ਤੇ ਮਹਾਰਾਜ ਸਾਹਿਬ ਦੇ ਚਰਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਨੂੰ ਸਤਿਗੁਰੂ ਦੇ ਦਰ ਦੀ ਵਡਿਆਈ ਤੋਂ ਬੜੇ ਪਿਆਰ ਸਹਿਤ ਇੱਕ ਦੋਹਰੇ ਵਿੱਚ ਬਚਨ ਦਰਜ ਕਰਦੇ। ਮਾਂ ਕਵੀ ਕਹਿੰਦੇ ਨੇ, ਭਾਈ ਸਤਿਗੁਰੂ ਦੇ ਸ਼ਬਦ, ਸਤਿਗੁਰੂ ਦੇ ਉਪਦੇਸ਼, ਗੁਰੂ ਕੀ ਅੰਮ੍ਰਿਤ ਬਾਣੀ ਅੱਖ ਲੱਗੇ ਆਪਣੇ ਹਿਰਦੇ ਘਰ ਵਿੱਚ ਟਿਕਾ, ਚਿੱਤ ਵਿੱਚ ਵਸਾ। ਤੇ ਨਾਲ ਬਚਨ ਕੀਤਾ, ਆਖਿਆ ਜਿਸ ਮਾਲਕ ਦੇ ਚਰਨਾਂ ਦੀ ਧੂੜ ਲੈਣ ਲੱਗਾ ਹੈ, ਜਿਸ ਪਾਤਸ਼ਾਹ ਦੇ ਚਰਨਾਂ 'ਚ ਸਿਜਦਾ ਕਰਨ ਲੱਗਾ ਹੈ, ਉਹ ਇਹਨਾਂ ਪੰਜਾਂ ਤੇ ਜਿੱਤ ਕਰਾ ਸਕਦਾ ਹੈ, ਉਹਦੇ ਤੋਂ ਬਿਨਾਂ ਕੋਈ ਦੂਜਾ ਹੋਰ ਨਹੀਂ। ਕਿਉਂਕਿ ਇਹ ਜਿਹੜੇ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜੇ ਪ੍ਰਾਣੀ ਇਹ ਕਦੇ ਵੀ ਆਪਾਂ ਇਹ ਪੰਜੇ ਆਪਣੀ ਮੱਤ ਨਾਲ ਜਿੱਤ ਲਾਂਗੇ, ਗੁਰੂ ਦੇਵ ਕਹਿੰਦੇ ਨਹੀਂ, ਇਹਨਾਂ ਨੂੰ ਜਿੱਤਣ ਹਿੱਤ ਵਾਸਤੇ ਤੈਨੂੰ ਸਤਿਗੁਰੂ ਦੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਨਾ, ਸਤਿਗੁਰੂ ਦੀ ਸਿਮਰਤੀ, ਉਸ ਦਰ ਦੀ ਧੂੜੀ ਲੈਣੀ ਪਏਗੀ। ਇਹ ਜਿਹੜਾ ਸ਼ਬਦ ਕਮਾਇਆ ਜਾਏਗਾ, ਇਹ ਸ਼ਬਦ ਦਾ ਜਿਹੜਾ ਅਭਿਆਸ ਕੀਤਾ ਜਾਏਗਾ, ਜਦੋਂ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਇਹ ਆਪਾ ਭੇਟ ਕਰੇਗਾ ਤੇ ਫਿਰ ਮਾਲਕ ਦੀ ਇਹ ਕਿਰਪਾ ਹੋਵੇਗੀ। ਮਾਂ ਕਵੀ ਜੀ ਦੇ ਬਚਨ ਨੇ, ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ, ਸ਼ਬਦ ਅਭਿਆਸ ਕੀਤਾ, ਜਿਨ੍ਹਾਂ ਨੇ ਸ਼ਬਦ ਨੂੰ ਆਪਣੇ ਰੋਮ ਰੋਮ ਵਿੱਚ ਵਸਾ ਲੈਣਾ ਕੀਤਾ, ਟਿਕਾਇਆ। ਆਖਿਆ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ, ਇਹ ਪੰਜਾਂ ਨੂੰ ਉਹ ਜਿੱਤ ਲੈਂਦਾ ਹੈ। ਆਖਿਆ ਉਹਨਾਂ ਨੇ ਇਹਨਾਂ ਪੰਜਾਂ ਤੇ ਸਫਲਤਾ ਲਈ ਹੈ। ਅੱਗੇ ਬਚਨ ਕੀਤਾ, ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ, ਤਿੰਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਇਹ ਚਰਨਾਂ ਤੇ ਸਿਰ ਧਰਨਾ ਹੋਵੇਗਾ ਤਾਂ ਜਾ ਕੇ ਕਹਿੰਦੇ ਇਹ ਗੱਲ ਬਣਦੀ ਹੈ। ਗੁਰਮੁਖ ਜਿਸ ਪਵਿੱਤਰ ਅਸਥਾਨ ਤੇ ਆਪਾਂ ਚਰਨ ਪਰਸਨ ਕਰ ਰਹੇ ਹਾਂ, ਇੱਥੇ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨੇ ਆਪਣਾ ਸੀਸ ਭੇਟਾ ਕਰਕੇ ਜਗਤ ਤੇ ਸੰਸਾਰ ਤੇ ਇਸ ਜਗਤ ਦੀ ਲਤਾੜੀ ਹੋਈ ਕਿਰਿਆ ਨੂੰ ਸਤਿਗੁਰੂ ਨੇ ਉਪਦੇਸ਼ ਨਾਲ ਕਿਰਤਾਰਥ ਕੀਤਾ। ਕਿਉਂਕਿ ਸਿਰ ਦਿੱਤੇ ਬਿਨਾ ਕੁਝ ਗੱਲ ਨਹੀਂ ਬਣਦੀ। ਜੇ ਕੋਈ ਪ੍ਰਾਣੀ ਇਹ ਕਹੇ ਸਿਰ ਦੇਣ ਤੋਂ ਬਗੈਰ ਗੱਲ ਨਹੀਂ, ਐਸੇ ਸਤਿਗੁਰੂ ਦੇ ਅੱਗੇ ਆਪਣਾ ਸੀਸ ਭੇਟਾ ਕਰ, ਐਸੇ ਗੁਰੂਦੇਵ ਦੇ ਚਰਨਾਂ ਕਮਲਾਂ ਵਿੱਚ ਇਹ ਸੀਸ ਅਰਪਣ ਕਰ। ਮਹਾਰਾਜ ਕਹਿੰਦੇ ਜਦੋਂ ਸਤਿਗੁਰੂ ਦੇ ਅੰਮ੍ਰਿਤ ਚਰਨਾਂ 'ਚ ਇਹ ਸੀਸ ਅਰਪਣ ਕਰੇ, ਸਤਿਗੁਰੂ ਦੀ ਸੰਗਤ ਦੀ ਪਾਖਾਕ ਮਸਤਕ ਲਾਏ, ਆਖਿਆ ਉਹਦੇ ਚਰਨਾਂ ਦੇ ਵਿੱਚ ਹੀ ਜੁੜਿਆ ਰਹੋ, ਸਦਾ ਉਹਦੇ ਚਰਨਾਂ ਦੀ ਖਾਕ ਹੋਏ। ਮਹਾਰਾਜ ਕਹਿੰਦੇ ਚਰਨਾਂ ਦੀ ਧੂੜ ਹੋ ਕੇ ਰਹੋ। ਨਾਨਕ ਸ਼ਰਨ ਤੁਹਾਰੀਆ ਪੇਖੋ ਸਦਾ ਹਜੂਰ। ਹਜੂਰ ਦਾ ਭਾਵ ਹੈ ਅੰਗ ਸੰਗ। ਹਜੂਰ ਰਾਰੇ ਨੂੰ ਸਿਹਾਰੀ ਹੈ, ਅੰਗ ਸੰਗੇ। ਜਿਵੇਂ ਕਲਗੀਧਰ ਪਿਤਾ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨਿਤ ਪ੍ਰਤ ਆਪਾਂ ਜਪਦੇ ਆ ਨਾ, ਸਦਾ ਅੰਗ ਸੰਗੇ ਅਭੰਗੰਗ ਵਿਭੂਤੇ। ਮਹਾਰਾਜ ਕਹਿੰਦੇ ਉਹ ਸਦਾ ਅੰਗ ਸੰਗ ਹੈ। ਕਹਿੰਦੇ ਸਦਾ ਉਹਨੂੰ ਆਪਣੇ ਹਜ਼ੂਰ ਜਾਣ। ਜਿਵੇਂ ਸਤਿਗੁਰੂ ਦਾ ਇੱਕ ਅੰਮ੍ਰਿਤ ਬਚਨ ਆਪਾਂ ਪੜ੍ਹਦੇ ਨਾ, ਇਹ ਮਨ
ਮਤ ਜਾਣੈ ਖਰ ਦੂਰ ਖੈ, ਸਦਾ ਵੇਖ ਹਜੂਰ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਮਹਾਰਾਜ ਕਹਿੰਦੇ ਸ਼ਬਦ ਹੀ ਜਿਹੜਾ ਹੈ ਸਾਡੇ ਅੰਗ ਸੰਗ ਹੈ। ਸ਼ਬਦ ਤੋਂ ਬਿਨਾ ਕੋਈ ਦੂਜਾ ਅੰਗ ਸੰਗ ਨਹੀਂ ਹੈ। ਸ਼ਬਦ ਤੋਂ ਬਿਨਾ ਕੋਈ ਦੂਜੀ ਸਾਡੇ ਨਾਲ ਰਹਿਣ ਵਾਲੀ ਕਿਰਿਆ ਨਹੀਂ ਹੈ। ਤੋ ਮਹਾਰਾਜ ਜੀ ਕਹਿੰਦੇ ਨਾਨਕ ਸਤਿਗੁਰੂ, ਮਹਾਰਾਜ ਜੀ ਫਰਮਾਉਂਦੇ ਨਾਨਕ ਸ਼ਰਨ ਦੇ ਨਾਣੇ ਨੂੰ ਸਿਆਰੀ ਖੈ, ਸ਼ਰਨ ਅੰਦਰ ਭਾਵ ਕੇ ਹਜ਼ੂਰੀ ਵਿੱਚ। ਮਹਾਰਾਜ ਕਹਿੰਦੇ ਮੈਂ ਤੇਰੀ ਸ਼ਰਨ ਪਿਆ ਹਾਂ, ਤੇਰੇ ਚਰਨਾਂ 'ਚ ਆਇਆ ਦਾਤਾ, ਕਿਰਪਾ ਕਰ ਮੈਂ ਤੇਰੇ ਸੰਗਤ ਦੀ, ਤੇਰੀ ਦਾਤਾ ਜੀ ਚਰਨਾਂ ਦੀ ਧੂੜੀ ਹੋਵਾਂ, ਤਾਂ ਜੋ ਕਿ ਮੈਂ ਵੀ ਆਪਣੇ ਜੀਵਨ ਨੂੰ ਸਫਲ ਕਰ ਸਕਾਂ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕਉ ਬੰਧਨਾ ਸਿਰ ਚਰਨਨ ਪਰ ਧਾਰ। ਮੈਂ ਇਹ ਸਿਰ ਤੁਹਾਡੇ ਚਰਨਾਂ 'ਚ ਧਰਦਾ, ਦਾਤਾ ਜੀ ਕਿਰਪਾ ਕਰਿਆ ਜੇ ਕਿ ਤੁਹਾਡੇ ਪਵਿੱਤਰ ਦਰ ਦੀ ਧੂੜੀ ਪਾ ਖਾਕ ਇਹ ਜੀਵਨ ਨੂੰ ਸਫਲ ਕਰਦਾ। ਕਿਉਂਕਿ ਇਹ ਹੀ ਮਾਲਕ ਦੇ ਦਰ ਤੋਂ, ਪਾਤਸ਼ਾਹ ਜੀ ਦੇ ਹਜ਼ੂਰ ਤੋਂ ਅਸੀਂ ਪ੍ਰਾਪਤ ਕਰ ਸਕਦੇ। ਸਾਨੂੰ ਗੁਰੂ ਦੇਵ ਜੀ ਦੇ ਚਰਨਾਂ ਦੀ ਧੂੜੀ ਮਿਲਦਾ ਹੈ। ਇਹ ਤਾਂ ਰੋਜ਼ ਸਤਿਗੁਰੂ ਸਾਨੂੰ ਵੱਖ-ਵੱਖ ਰੂਪਾਂ ਵਿੱਚ ਉਪਦੇਸ਼ ਦਿੰਦੇ ਨੇ। ਮਹਾਰਾਜ ਜੀ ਨੇ ਪਵਿੱਤਰ ਬਚਨ ਕੀਤਾ ਨਾ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਅੱਗੇ ਬਚਨ ਕੀਤਾ ਨਾਨਕ ਦਾਸ। ਮਹਾਰਾਜ ਨਾਨਕ ਸਤਿਗੁਰੂ ਉੱਥੇ ਦਾਸ ਰੂਪ ਬਚਨ ਕਰਦੇ। ਮਹਾਰਾਜ ਕਹਿੰਦੇ ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਮੈਨੂੰ ਐਸੇ ਪਾਤਸ਼ਾਹ ਜੀ ਸਤਿਗੁਰੂ ਜੀ ਕਿਰਪਾ ਕਰਕੇ ਧੂੜੀ ਬਖਸ਼ਿਸ਼ ਕਰ ਦਿਓ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਬਦ ਬਖਤ ਹਮ ਚੂ ਬਖੀਲ, ਗਾਫਿਲ ਬੇਨਜ਼ਰ ਬੇਬਾਕ। ਅੱਗੇ ਬਚਨ ਕੀਤਾ ਨਾਨਕ ਬਗੋਇਦ ਜਨ ਤੁਰਾਂ, ਤੇਰੇ ਚਾਕਰਾਂ ਪਾ ਖਾਕ। ਮਹਾਰਾਜ ਮੈਨੂੰ ਕਿਤੇ ਤੇਰੇ ਚਾਕਰਾਂ ਦੀ ਪਾ ਖਾਕ ਮਿਲ ਜਾਏ, ਇਹ ਧੂੜੀ ਮਿਲ ਜਾਏ। ਤਾਂ ਗੁਰੂ ਰਾਮਦਾਸ ਕਹਿੰਦੇ ਨੇ ਮੋਕੋ ਕੀਜੈ ਦਾਸ, ਦਾਸ ਦਾਸਨ ਕਉ ਹਰ ਦਇਆ ਧਾਰ ਜਗਨਨਾਥਾ। ਮਾਲਕ ਜੀ ਕਿਤੇ ਆਪਣੇ ਦਾਸਰਿਆਂ ਦੇ ਕਿਤੇ ਦਾਸ ਦੀ ਵੀ ਧੂੜੀ ਬਖਸ਼ਿਸ਼ ਕਰਦੇ। ਪਾਤਸ਼ਾਹ ਕਿਤੇ ਉਹਨਾਂ ਦੀ ਵੀ ਚਰਨੀ ਧੂੜ ਦੇ ਦਿਓ, ਤਾਂ ਜੋ ਕਿ ਇਹ ਜੀਵਨ ਵੱਡ ਮੁੱਲਾ ਇਹਨੂੰ ਸਵਾਰ ਸਕੀਏ। ਬਾਬਾ ਰਵਿਦਾਸ ਮਹਾਰਾਜ ਜੀ ਦਾ ਅੰਮ੍ਰਿਤ ਬਚਨ। ਭਗਤ ਜੀ ਕਹਿੰਦੇ ਇਹ ਜੀਵ ਬੜਾ ਅਨਮੋਲਕ ਜਨਮ ਲੈ ਕੇ ਆਇਆ, ਕਿਉਂਕਿ ਮਾਨਸ ਜਨਮ ਦੁਲੰਭ ਹੈ। ਇਸ ਦੁਲੰਭ ਜਨਮ ਵਿੱਚ ਗੁਰੂ ਪਾਤਸ਼ਾਹ ਨੇ ਇੱਕ ਕਿਰਪਾ ਕੀਤੀ, ਸਾਨੂੰ ਸਮਝਾਇਆ। ਕਹਿੰਦੇ ਜਦੋਂ ਮਾਲਕ ਤੋਂ ਤੇਰੀ ਦੂਰੀ ਬਣਦੀ ਏ ਤੇ ਇਹਨਾਂ ਪੰਜਾਂ ਵਿਕਾਰਾਂ ਕਰਕੇ, ਤੈਨੂੰ ਇਸ ਕਰਕੇ ਗੁਰੂ ਨੇ ਉਪਦੇਸ਼ ਕੀਤਾ ਦੋਨੋਂ ਵੇਲੇ ਸੰਗਤ ਕਰਿਆ ਕਰ, ਨਾਮ ਅਭਿਆਸ ਕਰਿਆ ਕਰ, ਬਾਣੀ ਪੜਿਆ ਸੁਣਿਆ ਕਰ। ਇਹ ਪੰਜ ਯਤਨ ਕਰਦੇ ਨੇ ਕਿ ਤੇਰਾ ਸੰਬੰਧ ਬਣੇ ਤੇ ਅਸੀਂ ਆ ਕੇ ਇਸ ਸੰਬੰਧ ਨੂੰ ਤੋੜੀਏ। ਗੁਰੂ ਨਾਲ ਕੋਈ ਨਾ ਕੋਈ ਜ਼ਰੀਆ ਬਣਦਾ ਜੁੜਨ ਦਾ। ਪਾਤਸ਼ਾਹ ਕੋਈ ਜ਼ਰੀਆ ਬਣਾਉਂਦੇ ਨੇ ਬੰਦਗੀ ਕਰਨ ਵਾਸਤੇ, ਗੁਰੂ ਕੋਲ ਬੈਠਣ ਵਾਸਤੇ, ਬਾਣੀ ਪੜ੍ਹਨ ਸੁਣਨ ਵਾਸਤੇ। ਇਹ ਜਿਹੜੇ ਪੰਜ ਨੇ ਇਹ ਕੋਈ ਨਾ ਕੋਈ ਫਿਰ ਆ ਕੇ ਕੁਰੀਤੀ ਕਰਦੇ ਨੇ। ਕੈਸੀ ਕਰਦੇ ਨੇ? ਜਿਹੜਾ ਅਸੀਂ ਕਹਿੰਦੇ ਆ ਅੰਦਰ ਨਹੀਂ ਜੁੜਦਾ, ਅੰਦਰ ਕਿਵੇਂ ਜੋੜਿਆ ਜਾਏ, ਅੰਦਰ ਨੂੰ ਕਿਵੇਂ ਟਿਕਾਇਆ ਜਾਏ। ਤੇ ਭਗਤ ਜੀ ਕਹਿੰਦੇ ਅੰਦਰ ਜੁੜਨ ਦੀ ਕਿਰਿਆ ਵਿੱਚ ਮਾਲਕ ਕੋਲ ਬੈਠਦਾ ਹੈ, ਅੰਦਰ ਜੁੜਨ ਵਾਸਤੇ ਬਾਣੀ ਪੜ੍ਹਦਾ ਸੁਣਦਾ ਹੈ, ਅੰਦਰ ਜੁੜਨ ਵਾਸਤੇ ਇਹ ਭਜਨ ਬੰਦਗੀ ਕਰਦਾ ਹੈ। ਪਰ ਕੀ ਕਰੇ? ਇਹ ਜਿਹੜੇ ਅੰਦਰ ਪੰਜ ਨੇ ਇਹ ਇਹਦਾ ਜੁੜਨ ਦਾ, ਅੰਦਰ ਦੀ ਕਾਗਰਤਾ ਦਾ ਸਥਾਨ ਹੀ ਨਹੀਂ ਬਣ ਦਿੰਦੇ। ਕੀ ਕਰਦੇ ਨੇ? ਭਗਤ ਜੀ ਦਾ ਅੰਮ੍ਰਿਤ ਬਚਨ ਹੈ, ਕਹਿੰਦੇ ਇਨ ਪੰਚਨ ਮੇਰੂ ਮਨ ਜੂ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾੜਿਓ। ਕਹਿੰਦੇ ਇਹਨਾਂ ਨੇ ਅੰਦਰ ਨੂੰ ਪਾੜ ਦਿੱਤਾ, ਅੰਦਰ ਦੀ ਵਿੱਥ ਬਣਾ ਦਿੱਤੀ। ਬੈਠਾ ਗੁਰੂ ਕੋਲਾਂ ਪਰ ਮਨ ਇੱਥੇ ਖੁੰਦਾ ਹੀ ਨਹੀਂ, ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਹੁੰਦਾ ਹੈ। ਬੈਠਾ ਤੇ ਮਾਲਕ ਕੋਲ ਖੁੰਦਾ ਹੈ, ਸਰੀਰ ਲੈ ਕੇ ਤੇ ਉਹਦੇ ਦਰ ਤੇ ਹੈ, ਪਰ ਪਤਾ ਨਹੀਂ
ਇਹ ਕਿੱਥੇ ਕਿੱਥੇ ਦੀ ਪੰਜੇ ਸੈਰ ਕਰਵਾ ਲਿਆਉਂਦੇ ਨੇ, ਇਹ ਮਨ ਟਿਕਦਾ ਨਹੀਂ। ਕਹਿੰਦੇ ਪਲ ਪਲ ਹਾਰ ਜੀ ਤੇ ਅੰਤਰ ਪਾਰਿਓ, ਇਹ ਅੰਦਰ ਦੀ ਵਿਥ ਅੰਦਰੋਂ ਪਾੜਦਾ ਹੈ, ਇਹ ਯਤਨ ਹੀ ਨਹੀਂ ਹੋਣ ਦਿੰਦਾ ਕਿਤੇ ਮਾਲਕ ਨਾਲ ਅੰਦਰ ਜੁੜ ਸਕੇ। ਇਹ ਕਿਤੇ ਅੰਦਰੋਂ ਪਿਆਰੇ ਪ੍ਰੀਤਮ ਨਾਲ ਸਾਂਝ ਬਣਾ ਲਏ, ਕਿਤੇ ਇਹ ਅੰਦਰੋਂ ਗੁਰੂ ਦੇ ਨਾਲ ਇੱਕ ਹੋ ਜਾਏ, ਇਹ ਕਿਤੇ ਗੁਰੂ ਦੇ ਚਰਨਾਂ ਦੀ ਧੂੜੀ ਲੈ ਕੇ ਆਪਣੇ ਮਸਤਕ ਦੇ ਭਾਗ ਉੱਤਮ ਕਰ ਲਵੇ। ਬਾਬਾ ਰਵਿਦਾਸ ਕਹਿੰਦੇ ਇਨ ਪੰਚਨ ਮੇਰੋ ਮਨ ਜੂ ਬਿਗਾਰਿਓ, ਪਲ ਪਲ ਹਾਰ ਜੀ ਤੇ ਅੰਤਰ ਪਾਰਿਓ, ਵਿਥ ਬਣਾ ਦਿੱਤੀ। ਇੱਥੇ ਪੰਜਵੇਂ ਪਾਤਸ਼ਾਹ ਨੇ ਇਹ ਕਿਰਪਾ ਕੀਤੀ, ਆਖਿਆ ਮਾਲਕਾ ਮੈਂ ਤੇਰੇ ਚਰਨਾਂ 'ਚ ਰਵਾਂ ਸਦਾ ਹੀ, ਦਰਸ਼ਨ ਕਰਾਂ, ਤੇਰੇ ਦੀਦਾਰ ਕਰਾਂ, ਵੇਖੋ ਸਦਾ ਹਜ਼ੂਰ। ਵੇਖੋ ਭਾਵ ਹੈ ਵੇਖਣਾ, ਦਰਸ਼ਨ ਕਰਨਾ, ਜਿਹਨੂੰ ਦਾਤਾਰ ਕਹਿੰਦੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਦੇਖੋ ਕੋਈ ਕਿਰਿਆ ਸੀ ਕਿਨੇ ਭਾਈ ਸਾਹਮਣੇ ਹੋ, ਅਜੀ ਜਦੋਂ ਸਾਹਮਣੇ ਗੁਰੂ ਦੇ ਚਰਨਾਂ 'ਚ ਜੁੜੀਏ, ਸਾਹਮਣੇ ਗੁਰੂ ਦੇ ਅੰਮ੍ਰਿਤ ਉਪਦੇਸ਼ ਲਈਏ ਤੇ ਸਤਿਗੁਰੂ ਵੱਡੀ ਕਿਰਪਾ ਕਰਦੇ। ਮਹਾਰਾਜ ਕਹਿੰਦੇ ਨੇ ਮੈਂ ਤੇਰੇ ਚਰਨਾਂ ਦੀ ਧੂੜੀ ਲਵਾਂ, ਤੇਰੇ ਪਵਿੱਤਰ ਸੱਚੇ ਪਾਤਸ਼ਾਹ ਚਰਨਾਂ ਦੀ ਖਾਕ ਹੋ ਕੇ ਰਹਾਂ, ਤੇਰੇ ਸ਼ਰਨ ਵਿੱਚ ਰਹਾਂ। ਮਾਲਕ ਕਿਰਪਾ ਕਰ, ਕਿਉਂਕਿ ਅੰਗ ਸੰਗ ਵੇਖਾਂ। ਕਦੋਂ ਵੇਖੇ? ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਦੇਖੋ ਗੁਰਮੁਖੋ, ਜਗਤ ਵਿੱਚ ਕਿਸੇ ਨੇ ਕੁਝ ਸੰਭਾਲਣਾ ਹੋਵੇ ਨਾ, ਉਹਨੂੰ ਸੰਭਾਲਣ ਦੇ ਲੋਕਾਂ ਨੇ ਆਪਣੇ ਆਪਣੇ ਤਰੀਕੇ ਢੰਗ ਅਪਣਾਏ ਹੋਏ ਨੇ। ਜਿੰਨੇ ਕੋਈ ਕੀਮਤ ਦੀ ਵਸਤੂ ਪ੍ਰਾਣੀ ਲਿਆਉਂਦਾ ਹੈ, ਉਸੇ ਕੀਮਤ ਦੇ ਦੌਰ ਉਹਦੀ ਸੰਭਾਲ ਕਰਦਾ ਹੈ। ਉਹ ਗਹਿਣਾ ਲੈ ਕੇ ਆਵੇ ਬੜਾ ਕੀਮਤੀ ਹੈ, ਤੇ ਫਿਰ ਉਹਨੂੰ ਘਰ ਵਿੱਚ ਇੰਜ ਨਹੀਂ ਰੱਖਦਾ, ਉਹਨੂੰ ਕਈ ਥਾਵੇਂ ਸੰਭਾਲ ਕੇ ਲੋਕ ਲਾ ਕੇ ਤਾਲੇ ਲਾ ਕੇ ਚੰਗੀ ਤਰ੍ਹਾਂ ਲਕੋ ਕੇ ਰੱਖਦਾ ਹੈ ਵੀ ਇਹ ਕੀਮਤੀ ਗਹਿਣਾ। ਉਹਦੀ ਮਤ ਇਹ ਗੱਲ ਨੂੰ ਪ੍ਰਵਾਨ ਕਰਦੀ ਹੈ ਵੀ ਇਹ ਬਾਹਰ ਇਸ ਤਰ੍ਹਾਂ ਰੱਖਣ ਵਾਲਾ ਨਹੀਂ। ਸਤਿਗੁਰਾਂ ਨੇ ਅੰਮ੍ਰਿਤ ਬਚਨ ਕੀਤਾ, ਆਖਿਆ ਰੱਬ ਦਾ ਨਾਮ ਬੇਸ਼ਕੀਮਤੀ ਹੈ। ਸ਼ਬਦ ਕਿਤਨਾ ਕੀਮਤੀ ਹੈ। ਰੋਜ਼ ਅਸੀਂ ਗੁਰੂ ਅਮਰਦਾਸ ਜੀ ਦੇ ਬਚਨਾਂ ਨੂੰ, ਸਤਿਗੁਰਾਂ ਦੇ ਪਵਿੱਤਰ ਬੋਲਾਂ ਨੂੰ ਪੜ੍ਹਦੇ ਸੁਣਦੇ ਆ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਇਹ ਤੇ ਹੀਰਿਆਂ ਨਾਲ ਜੜੇ, ਇਹ ਸ਼ਬਦ ਤੇ ਬੇਸ਼ਕੀਮਤੀ ਹੈ। ਹੁਣ ਇਹ ਕੀਮਤੀ ਸ਼ਬਦ, ਕੀਮਤੀ ਬੋਲ, ਇਹ ਕੀਮਤੀ ਖਜ਼ਾਨਾ ਕਿੱਥੇ ਟਿਕੇਗਾ? ਮਤ ਵਿੱਚ ਰਤਨ ਜਵਾਹਰ। ਇਸ ਕੀਮਤੀ ਰਤਨਾਂ ਨੂੰ, ਇਸ ਰਤਨਾਂ ਦੀ ਕਿਰਿਆ ਨੂੰ ਮਤ ਵਿੱਚ ਜਿਹੜੇ ਰਤਨ, ਉਹਨਾਂ ਦੇ ਨਾਲ ਸੰਭਾਲਿਆ ਜਾ ਸਕਦਾ, ਉੱਥੇ ਟਿਕਾਇਆ ਜਾ ਸਕਦਾ ਹੈ। ਇਹ ਕਿਵੇਂ ਟਿਕਾਇਆ ਜਾ ਸਕਦਾ ਹੈ? ਪਾਤਸ਼ਾਹ ਕਹਿੰਦੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹਨੂੰ ਸਿਮਰ ਕੇ, ਉਹਨੂੰ ਜਪ ਕੇ ਸੰਭਾਲਿਆ ਜਾ ਸਕਦਾ ਹੈ। ਜਪਣ ਤੋਂ ਬਿਨਾ, ਰੱਬ ਦੇ ਸ਼ਬਦ ਦੀ ਕਮਾਈ ਤੋਂ ਬਿਨਾ ਉਹਦਾ ਨਾਮ ਸੰਭਾਲਿਆ ਹੀ ਨਹੀਂ ਜਾ ਸਕਦਾ। ਇਵੇਂ ਕੋਈ ਦਾਵਾ ਕਰੀ ਜਾਏ ਵੀ ਆਪਾਂ ਨਾਮ ਸੰਭਾਲਿਆ, ਸੰਭਾਲਿਆ ਤੇ ਇਹਦੀ ਕਮਾਈ ਹੈ, ਉਹ ਰੋਜ਼ ਜਪੇਗਾ, ਉਹ ਰੋਜ਼ ਬੈਠੇਗਾ, ਬਾਣੀ ਦਾ ਅਭਿਆਸ ਕਰੇਗਾ, ਇਹ ਉਹਦੀ ਨਿਸ਼ਾਨੀ ਹੈ ਵੀ ਉਹ ਸ਼ਬਦ ਦੀ ਕਮਾਈ ਕਰਕੇ ਸ਼ਬਦ ਨੂੰ ਸਾਂਭਦਾ ਹੈ। ਤੁਸੀਂ ਇਤਿਹਾਸ ਵਿੱਚ ਬੜੀ ਵਾਰੀ ਪੜ੍ਹਦੇ ਸੁਣਦੇ ਹੋ ਕਿ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਸਾਰਿਆਂ ਥਾਵਾਂ ਤੇ ਪ੍ਰਸਾਰ ਕੀਤਾ। ਸੰਖੇਪ ਬੇਨਤੀ ਦੱਸ ਕਰਦਾ ਹੈ ਸਾਧ ਸੰਗਤ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਜਾਂਦੇ ਇੱਕ ਸ਼ਬਦ ਉਚਾਰਦੇ। ਮਹਾਰਾਜ ਸੱਚੇ ਪਾਤਸ਼ਾਹ ਦੀ ਇਤਿਹਾਸ ਦੇ ਸੈਂਕੜੇ ਬਚਨਾਂ ਦੇ ਦਰਸ਼ਨ ਕਰਦੇ ਹਾਂ ਵੀ ਪਾਤਸ਼ਾਹ ਨੇ ਦੀਪਾਲਪੁਰ ਇਹ ਬਚਨ ਉਚਾਰਿਆ, ਸਤਿਗੁਰ ਨੇ ਭਾਈ ਸੱਜਣ ਕੋਲ ਇਹ ਬਚਨ ਉਚਾਰਿਆ, ਸਤਿਗੁਰੂ ਦਾਤਾਰ ਜੀ ਦੇ ਜਗਨਨਾਥ ਇਹ ਬਚਨ ਉਚਾਰਨ ਕੀਤਾ। ਸ਼ਬਦ ਤਾਂ ਇੱਕ ਉਹ ਸਤਿਗੁਰੂ ਦਾਤਾਰ ਜੀ ਨੇ ਉਚਾਰਿਆ, ਪਰ ਉਹ ਸ਼ਬਦ ਦੀ ਉੱਥੇ ਕਮਾਈ ਚੱਲੀ, ਉਹਨੂੰ ਰੋਜ਼ ਸੰਭਾਲਿਆ, ਉਹਦੀ ਰੋਜ਼ ਅਭਿਆਸਤਾ ਕੀਤੀ। ਅੱਜ ਅਸੀਂ ਇਸ ਗੱਲ ਤੋਂ ਦੂਰ ਹੋ ਜਾਂਦੇ ਆ ਵੀ ਇੱਕ ਵਾਰੀ ਨਿਯਮ ਨਿਭਾਇਆ ਉਸ ਤੋਂ ਬਾਅਦ ਕੀ ਸ਼ਬਦ ਨਹੀਂ, ਵਾਰ-ਵਾਰ ਬਾਣੀ, ਵਾਰ-ਵਾਰ। ਸਾਨੂੰ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਦੀ ਦਾਤ ਜਿਨ੍ਹਾਂ ਨੇ
ਸਤਿਗੁਰੂ ਦੀ ਕਿਰਪਾ ਨਾਲ ਬਖਸ਼ਿਸ਼ ਪ੍ਰਾਪਤ ਕੀਤੀ। ਉਹਨਾਂ ਨੂੰ ਪਤਾ ਹੈ ਪੰਜ ਪਿਆਰੇ ਸਾਹਿਬਾਨ ਮੂਲ ਮੰਤਰ ਗੁਰ ਮੰਤਰ ਦੀ ਦ੍ਰਿੜਤਾ ਕਰਾਉਂਦੇ ਨੇ। ਗੁਰਮੁਖੋ ਹੋਰ ਕੁਝ ਨਹੀਂ ਤੇ ਇਹਦਾ ਅਭਿਆਸ ਕਰਦੇ ਰਹੀਏ, ਤਾਂ ਹੀ ਪਤਾ ਲੱਗੇ ਨਾ ਅਸੀਂ ਗੁਰੂ ਸ਼ਬਦ ਦੀ ਕਮਾਈ ਕਰਨੀ ਹੈ। ਸਤਿਗੁਰ ਦੇ ਸ਼ਬਦ ਨੂੰ ਹਿਰਦੇ 'ਚ ਕਮਾ ਰਹੇ ਹਾਂ, ਉਹਦੇ ਅੰਮ੍ਰਿਤ ਉਪਦੇਸ਼ ਨੂੰ ਹਿਰਦੇ 'ਚ ਵਸਾਇਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨੇ ਉਸ ਮਾਲਕ ਦਾ ਅੰਮ੍ਰਿਤ ਬਚਨ, ਉਹਦੇ ਸ਼ਬਦ ਦੀ ਕਮਾਈ ਕਰਿਆ ਉਹਨੂੰ ਸੰਭਾਲਿਆ ਜਾ ਸਕਦਾ ਹੈ, ਤੇ ਉਹ ਅੰਗ ਸੰਗ ਹੈ। ਜਿੱਥੇ ਕਿਤੇ ਹੋਵੇ ਕਹਿੰਦੇ ਸੰਭਾਲ ਕਰੀ। ਅਸੀਂ ਇਤਿਹਾਸ ਵਿੱਚ ਅਕਸਰ ਪੜ੍ਹਦੇ ਹਾਂ ਭਾਈ ਮੱਖਣ ਸ਼ਾਹ ਜਿਸ ਵੇਲੇ ਘੁੰਮਣ ਘੇਰੀ 'ਚ ਜਹਾਜ਼ ਪਿਆ, ਸਾਖੀ ਦਾ ਵਿਸਤਾਰ ਆਪ ਜੀ ਨੂੰ ਭਲੀ ਪ੍ਰਕਾਰ ਬੋਧ ਹੈ। ਦਾਸ ਕੇਵਲ ਸ਼ਬਦ ਦੇ ਰੂਪ ਉਹਦੀ ਵਿਚਾਰ ਰੱਖਦਾ ਹੈ। ਜਦੋਂ ਦਾਤਾਰ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਗੁਰੂ ਨਾਨਕ 9ਵੇਂ ਦੇ ਚਰਨਾਂ 'ਚ ਅਰਦਾਸ ਕੀਤੀ। ਅਸੀਂ ਤਵਾਰਖ ਤੇ ਅਕਸਰ ਦੇਖਦੇ ਹਾਂ ਬਕਾਲੇ ਦੀ ਧਰਤੀ ਤੇ 22 ਮੰਜੀਆਂ ਲੱਗੀਆਂ। ਇਤਿਹਾਸ 'ਚੋਂ ਕਹਿੰਦਾ ਹੈ ਉਹਨੇ ਵੱਖ-ਵੱਖ ਨੂੰ ਨਮਸਕਾਰ ਵੀ ਕੀਤਾ, ਮੋਹਰਾਂ ਵੀ ਰੱਖੀਆਂ, ਜਿਵੇਂ ਉਹਦੀ ਸਮਝ ਉਸ ਵੇਲੇ ਉਹਨੇ ਉਸ ਵੇਲੇ ਉਸੇ ਪ੍ਰਕਾਰ ਕੀਤਾ। ਪਰ ਗੁਰਮੁਖੋ ਅੰਦਰ ਦੀ ਜਿਹੜੀ ਮਾਲਕ ਦੀ ਕਿਰਪਾ ਨਾਲ ਸੰਤੁਸ਼ਟੀ ਤੇ ਆਨੰਦ ਉਹ ਨਹੀਂ ਸੀ ਮਿਲ ਰਿਹਾ, ਉਹ ਤੇ ਗੁਰੂ ਪੂਰੇ ਕੋਲ ਆ ਕੇ ਮਿਲਣਾ ਸੀ। ਇਹ ਗੁਰੂ ਸਾਹਿਬ ਨੇ ਸਾਨੂੰ ਰੋਜ਼ ਚੌਪਾਈ ਸਾਹਿਬ ਵਿੱਚ ਕਲਗੀਧਰ ਨੇ ਸੰਦੇਸ਼ ਦਿੱਤਾ, ਦੁਨੀਆ ਦੇ ਖਿੱਤੇ 'ਚ ਕਿਤੇ ਜਾਇਆ ਭਲਿਆ, ਜਿੰਨੀ ਦੇਰ ਤੱਕ ਤੂੰ ਪੂਰੇ ਗੁਰੂ ਕੋਲ ਨਹੀਂ ਆਉਂਦਾ ਤੇਰਾ ਮਨ ਸ਼ਾਂਤ ਨਹੀਂ ਹੋਣਾ। ਕਿਤੇ ਜਾਇਆ ਫਿਰ ਜਦੋਂ ਇਹਦੇ ਕੋਲ ਆ ਜਾਏ ਨਾ ਤੇ ਫਿਰ ਇੱਕ ਗੱਲ ਇਹ ਕਹਿਆ ਕਰ, ਮਾਲਕਾ ਮੈਂ ਬੜੇ ਦੁਆਰੇ ਘੁੰਮ ਕੇ ਤੇਰੇ ਦੁਆਰੇ ਤੇ ਆਇਆ, ਹੁਣ ਤੇਰੇ ਦਰ ਤੋਂ ਬਿਨਾਂ ਮੈਂ ਹੋਰ ਕਿਤੇ ਨਹੀਂ ਜਾਣਾ। ਰੋਜ਼ ਅਸੀਂ ਸਾਹਿਬ ਦੇ ਅੰਮ੍ਰਿਤ ਬਚਨ ਇੱਕ ਦੋਹਰੇ ਵਿੱਚ ਪੜ੍ਹਦੇ ਹਾਂ, ਸਗਲ ਦਵਾਰ ਕਉ ਛਾੜ ਕੇ ਗਇਓ ਤੁਹਾਰੋ ਦਵਾਰ, ਬਾਹ ਗਏ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਮਾਲਕ ਮੈਂ ਤੇਰੇ ਦਰ ਤੇ ਦਾਸ ਆਇਆ, ਕਿਰਪਾ ਕਰ। ਚੌਪਾਈ ਸਾਹਿਬ ਵਿੱਚ ਕਹਿੰਦੇ ਤੁਮੈ ਛਾੜ ਕੋਈ ਅਵਰ ਨਾ ਧਿਆਓ, ਜੋ ਬਰ ਚਾਹੋ ਸੋ ਤੁਮ ਤੇ ਪਾਓ। ਮੈਨੂੰ ਜੋ ਚਾਹੀਦਾ ਹੈ ਮੈਂ ਤੇਰੇ ਦਰ ਤੋਂ ਲੈਣਾ ਹੈ। ਦਾਤਿਆ ਤੇਰੇ ਦਰ ਤੋਂ ਛੱਡ ਕਿਸੇ ਤੇ ਕੋਲ ਤਾਂ ਜਾਵਾਂ ਜੇ ਤੇਰੇ ਕੋਲ ਨਾ ਹੋਵੇ। ਗੁਰੂ ਸਾਹਿਬ ਦਾ ਬਚਨ ਪੜ੍ਹਦੇ ਆ ਨਾ, ਉਹਾਂ ਤਾਂ ਜਾਈਏ ਜੋ ਇਹਾਂ ਨਾ ਹੋਏ। ਅਸੀਂ ਦੂਜੇ ਦਰ ਤਾਂ ਜਾਈਏ ਜੇ ਇੱਥੇ ਨਾ ਹੋਵੇ। ਇੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪਣਾ ਸੀਸ ਭੇਟਾ ਕੀਤਾ, ਇੱਥੇ ਕੁਰਬਾਨੀ ਦਿੱਤੀ, ਇੱਥੇ ਦਾਤੇ ਨੇ ਸਭ ਕੁਝ ਅਰਪਣ ਕੀਤਾ ਹੋਇਆ ਹੈ। ਇਸ ਦਾਤੇ ਦਾ ਦਰ ਛੱਡ ਕੇ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ ਰਹਿ ਜਾਂਦੀ। ਅਸੀਂ ਫਿਰ ਕਿਵੇਂ ਭਟਕੀਏ। ਮਹਾਰਾਜ ਕਹਿੰਦੇ ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਜੋ ਚਾਹੀਦਾ ਮੈਂ ਤੇਰੇ ਦਰ ਤੋਂ ਲੈਣਾ, ਮੈਂ ਤੈਨੂੰ ਸਿਮਰਾਂ, ਤੇਰੇ ਤੋਂ ਬਿਨਾਂ ਕੋਈ ਦੂਜਾ ਹੋਰ ਸਹਾਰਾ ਨਹੀਂ। ਕੇਵਲ ਤੇਰੇ ਚਰਨਾਂ ਦੀ ਧੂੜ ਹੋਵਾਂ, ਮੈਂ ਤੇਰੇ ਚਰਨਾਂ 'ਚ ਹਾਜ਼ਰ ਜਾਣਾ, ਤੈਨੂੰ ਵੱਖ ਨਹੀਂ। ਦਾਸ ਬੇਨਤੀ ਕਰਦਾ ਸੀ ਭਾਈ ਮੱਖਣ ਸ਼ਾਹ, ਗੁਰਮੁਖੋ ਸਤਿਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਜਪਜੀ ਦਾ ਸਿਮਰਨ ਕੀਤਾ, ਅਰਦਾਸ ਕੀਤੀ, ਸਤਿਗੁਰਾਂ ਨੇ ਕਿਰਪਾ ਕਰ ਦਿੱਤੀ। ਭਾਵ ਕੀ ਹੈ, ਅਸੀਂ ਬਾਣੀ ਨੂੰ ਪੜ੍ਹੀਏ, ਸਤਿਗੁਰ ਦੇ ਚਰਨਾਂ ਸਿਮਰਨ ਕਰੀਏ ਤੇ ਫਿਰ ਗੁਰੂ ਅੱਗੇ ਬੇਨਤੀ ਕਰੀਏ। ਗੁਰੂ ਆਵਾਜ਼ ਸ਼ਬਦ ਵਿੱਚ ਹਾਜ਼ਰ ਹੈ। ਇਹ ਮਨ ਫਿਰ ਦਾਸ ਪ੍ਰਮਾਣ ਦੁਹਰਾਉਂਦਾ ਹੈ, ਇਹ ਮਨ ਮਤ ਜਾਣੈ ਕਰ ਦੂਰ ਹੈ, ਮਤਾ ਸਮਝਿਆ ਕਰ ਕਰਤਾ ਕਿਤੇ ਦੂਰ ਹੈ। ਸਤਿਗੁਰ ਤਾਂ ਕਹਿੰਦੇ ਵਸੀ ਰੱਬ ਹਿਆਲੀਆਂ। ਬਾਬਾ ਫਰੀਦ ਸਾਹਿਬ ਕਹਿੰਦੇ ਜੰਗਲ ਕਿਆ ਢੂੰਡੈ, ਬਾਹਰ ਕਿੱਥੇ ਲੱਭਦਾ ਫਿਰਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੇ ਸੰਗ ਸਮਾਈ। ਤੇਰੇ ਨਾਲ ਹੀ ਹੈ, ਵੱਖਰਾ ਨਹੀਂ ਹੈ। ਪੇਖੋ ਸਦਾ ਹਜੂਰ, ਉਹਨੂੰ ਆਪਣੇ ਨਾਲ ਦਾਸ। ਅਗਲਾ ਬਚਨ ਹੈ ਪਤਿਤ ਪੁਨੀਤ ਅਸੰਖ ਹੋ ਹੈ, ਹਰ ਚਰਨੀ ਮਨ ਲਾਗ। ਦੂਜੇ ਸ਼ਲੋਕ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਨੇ ਦਾਤਾ। ਪਤਿਤ ਦਾ ਭਾਵ ਹੈ ਜਿਹੜਾ ਵਿਕਾਰਾਂ 'ਚ ਡਿੱਗਾ ਹੋਵੇ, ਕਹਿੰਦੇ ਆ ਤੇ ਪਤਿਤ ਹੈ। ਇੱਕ ਪੰਥ ਮਰਿਆਦਾ ਅਨੁਸਾਰ ਪੰਜਾਂ ਵੱਲੋਂ ਜੋ ਰਹਿਤ ਦ੍ਰਿੜ ਕਰਾਈ ਜਾਂਦੀ ਹੈ, ਉਹਦੇ 'ਚ ਵੀ ਕਿਹਾ ਜਾਂਦਾ ਹੈ ਜੇ
ਪਾਤਸ਼ਾਹ ਜੀ ਦੀ ਬਖਸ਼ੀ ਰਹਿਤ ਤੋਂ ਕਿਤੇ ਪ੍ਰਾਣੀ ਕੋਲੋਂ ਕੋਈ ਕੁਰੀਤੀ ਹੋ ਜਾਂਦੀ ਏ ਅਣਜਾਣੇ ਤਾਂ ਕਹਿ ਦਿੱਤਾ ਜਾਂਦਾ ਇਹ ਪਤਿਤ ਹੈ। ਫਿਰ ਉਹ ਪੰਜਾਂ ਕੋਲ ਆ ਕੇ ਹਜ਼ੂਰ ਦੇ ਸਨਮੁਖ ਪੇਸ਼ ਹੋ ਕੇ ਉਹ ਆਪਣੀ ਉਸ ਭੁੱਲ ਨੂੰ ਬਖਸ਼ਾਉਂਦਾ ਹੈ। ਗੁਰਮੁਖੋ, ਪਤਿਤ ਜਿਹੜਾ ਵਿਕਾਰਾਂ ਚ ਡਿੱਗਾ ਉਹਨੂੰ ਵੀ ਪੁਨੀਤ ਕਰ ਦਿੱਤਾ। ਤੇ ਕਿੰਨੇ ਅਸੰਖ ਹੋ ਹੈ, ਅਸੰਖ ਐੜਾ ਅਗੇਤਰ ਸੰਖ ਤੇ ਲੱਗ ਗਿਆ, ਗਿਣਤੀ ਕੋਈ ਨਹੀਂ। ਗੁਰੂ ਰੋਜ਼ ਕਿੰਨੇ ਪਾਪੀਆਂ ਦਾ ਭਲਾ ਪਿਆ ਕਰਦਾ, ਕੋਈ ਅੰਦਾਜ਼ਾ ਲਾ ਸਕਦਾ? ਇੱਥੇ ਲੋਕ ਅਰਬਾਂ ਖਰਬਾਂ ਪਤੀ ਹੋਣ, ਰੋਜ਼ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਪੌੜੀਆਂ ਦੇ ਆਪਾਂ ਜਾਪ ਕਰਦੇ ਆ ਨਾ, ਅਸੰਖ ਜਾਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, 3 ਪੌੜੀਆਂ, ਫਿਰ ਅਸੰਖ ਮੂਰਖੰਦ ਘੋਰ, ਅਸੰਖ ਨਾਮ, ਅਸੰਖ ਥਾਮ। ਜਿਹੜੀ ਗਿਣਤੀ ਦੀ ਕਿਰਿਆ ਹੈ ਅਰਬਾਂ ਖਰਬਾਂ ਤੋਂ ਚੱਲ ਕੇ ਅਸੀਂ ਜਦੋਂ ਅਗਾਂ ਤੇ ਕੋਈ ਅਜੇ ਇੰਨਾ ਧਨੀ ਹੋਇਆ ਨਹੀਂ, ਕਿਉਂਕਿ ਬਾਬੇ ਦਾ ਤੇ ਸ਼ਿਖਰ ਹੈ ਨੀਲ ਪਦਮ, ਫਿਰ ਹੈ ਗੁਰਮੁਖੋ ਸੰਖ, ਤੇ ਸੰਖ ਤੋਂ ਅੱਗੇ ਦਾਤੇ ਨੇ ਐੜਾ ਅਗੇਤਰ ਲਾ ਦਿੱਤਾ ਅਸੰਖ, ਜਿਹੜਾ ਗਿਣਤੀ ਵਿੱਚ ਹੀ ਨਹੀਂ, ਅਣਗਿਣਤ ਬੇਅੰਤ ਨਾਲ ਭਰਿਆ ਹੋਇਆ। ਹਾਲਾਂਕਿ ਨੀਲ ਪਦਮ ਸੰਖ ਤੱਕ ਵੀ ਕੋਈ ਪਹੁੰਚਿਆ ਨਹੀਂ, ਏਡੀ ਗਿਣਤੀ ਵੀ ਕੀਤੀ ਨਹੀਂ ਕਿਸੇ। ਫਿਰ ਆਉਂਦਾ ਸੰਖ, ਤੇ ਫਿਰ ਗੁਰਮੁਖੋ ਸੰਖ ਦੇ ਅੱਗੇ ਦਤਾਰ ਜੀ ਨੇ ਲਾਇਆ ਐੜਾ ਅਸੰਖ, ਜਿਹੜਾ ਗਿਣਤੀ ਵਿੱਚ ਨਹੀਂ, ਅਸੰਖ। ਕਹਿੰਦੇ ਮਾਲਕਾ ਤੂੰ ਅਨੇਕਾਂ ਪਤਤਾਂ ਨੂੰ ਰੋਜ਼ ਪਵਿੱਤਰ ਕਰਦਾ, ਕਿੰਨਿਆਂ ਦੀ ਗਿਣਤੀ ਕਰਾਂ? ਬੇਅੰਤ ਨੇ, ਅਸੰਖ। ਮਹਾਰਾਜ ਬੇਅੰਤ ਜੀਵ ਨੇ ਜਿਹੜੇ ਤੇਰੇ ਦਰ ਤੇ ਆ ਕੇ ਝੋਲੀਆਂ ਭਰ ਲੈਂਦੇ ਨੇ, ਤੂੰ ਉਹਨਾਂ ਦੇ ਔਗਣ ਨੂੰ ਨਹੀਂ ਜਿਤਾਰਦਾ, ਕਿਉਂਕਿ ਉਹਦੀ ਵਡਿਆਈ ਇਹ ਹੈ। ਕੀਰਤਨ ਵਿੱਚ ਆਪ ਜੀ ਨੇ ਇੱਕ ਬਚਨ ਸਰਵਣ ਕੀਤਾ ਗੁਰਮੁਖਾਂ ਕੋਲੋਂ, ਉਹ ਬਚਨ ਦੇ ਪ੍ਰਮਾਣ ਆਪਾਂ ਸਾਰੇ ਪੜ੍ਹਦੇ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਗੁਰੂ ਕੋਲ ਤੇ ਦਿਨ ਰਾਤ ਸੁੱਖ ਹੀ ਸੁੱਖ ਵੰਡੇ ਜਾ ਰਹੇ ਨੇ। ਦਾਸ ਇੱਕ ਬੇਨਤੀ ਕਰਿਆ ਕਰਦਾ, ਗੁਰਮੁਖੋ ਤੁਸੀਂ ਆਪਣਾ ਉੱਠਦਿਆਂ ਕਿਸੇ ਨੂੰ ਦੁੱਖ ਸੁਣਾ ਸਕਦੇ ਹੋ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਨਾਨਕ ਦੇ ਘਰ। ਅਗਲਾ ਉੱਠ ਕੇ ਕੋਈ ਇਹ ਗੱਲ ਨਹੀਂ ਸੁਣਦਾ, ਕਹਿੰਦਾ ਸਵੇਰੇ ਉੱਠਿਆ ਤੇ ਭਲਿਆ। ਇਹ ਤਾਂ ਠੀਕ ਹੈ, ਆਪਾਂ ਕਹਿ ਦਿੰਦੇ ਆ ਵੀ ਰੱਬ ਜਪ ਲੈ, ਰੱਬ ਚੇਤੇ ਕਰ ਲੈ, ਕੀ ਕਿਹੜੀਆਂ ਗੱਲਾਂ ਵਿੱਚ ਪੈ ਗਏ। ਪਰ ਰੋਜ਼ ਗੁਰੂ ਨਾਨਕ ਸਾਹਿਬ ਆਵਾਜ਼ ਦਿੰਦੇ ਨੇ, ਕਹਿੰਦੇ ਨੇ ਭਲਿਆ ਪ੍ਰਭਾਤੇ ਜਾਗ, ਇੱਕ ਕੰਮ ਕਰ। ਮਹਾਰਾਜ ਉਹ ਕੀ? ਕਹਿੰਦੇ ਮੈਂ ਤੈਨੂੰ ਇੱਕ ਕਹਿਣਾ, ਤੂੰ ਆਪਣੇ ਦੁੱਖਾਂ ਦੀ ਗੱਲ ਇੱਥੇ ਲਿਆ ਕੇ ਰੱਖ ਦੇ। ਇੱਥੇ ਸੁੱਖ ਹੀ ਸੁੱਖ ਨੇ, ਭੰਡਾਰ ਭਰੇ ਨੇ। ਤੈਨੂੰ ਸਤਿਗੁਰ ਕਹਿੰਦੇ ਮੈਂ ਸੁੱਖਾਂ ਦੀਆਂ ਬਖਸ਼ਿਸ਼ਾਂ ਵਰਤਾਵਾਂ, ਤੇਰੀ ਝੋਲੀ ਵਿੱਚ ਸੁੱਖਾਂ ਦੀ ਦਾਤ ਪਾਵਾਂ, ਤੂੰ ਵੱਡੀਆਂ ਦਾਤਾਂ ਲੈ ਕੇ ਜਾਏ। ਬਚਨ ਹੈ ਦਾਤਾਰ ਜੀ ਦਾ, ਦੁੱਖ ਪਰ ਹਰ ਸੁੱਖ ਘਰ ਲੈ ਜਾਵੇ। ਕਹਿੰਦੇ ਤੂੰ ਦੁੱਖ ਇੱਥੇ ਛੱਡ ਜਾ ਤੇ ਇੱਥੋਂ ਸੁੱਖ ਘਰ ਲੈ ਕੇ ਜਾ, ਆਪਣੇ ਹਿਰਦੇ ਨੂੰ ਸੁਖੀ ਬਣਾ ਕੇ ਲੈ ਜਾ। ਖਿਮਾ ਕਰਿਓ, ਅਸੀਂ ਜੇ ਸੁੱਖ ਲੈਣ ਵਾਸਤੇ ਆਈਏ ਤੇ ਵਾਕਿਆ ਗੁਰੂ ਕੋਲ ਬੈਠਾਂਗੇ, ਬੰਦਗੀ ਕਰਾਂਗੇ ਤੇ ਸੁੱਖ ਨਾਲ ਝੋਲੀ ਭਰ ਕੇ ਲਿਜਾਵਾਂ। ਤੇ ਜੇ ਬਾਹਰੋਂ ਕੱਲਾ ਵਿਖਾਵੇ ਵਿੱਚ ਵੀ ਸਾਨੂੰ ਵੀ ਸੁੱਖ ਹੋਵੇ, ਦੂਜੇ ਕੋਲ ਬੜਾ ਕੁਝ, ਮੇਰੇ ਕੋਲ ਵੀ ਉਹ ਸੁੱਖ ਹੋਵੇ, ਉਹ ਨਹੀਂ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਪ੍ਰਮਾਣ ਲਈਏ। ਦਾਤਾਰ ਜੀ ਕਹਿੰਦੇ ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੈ। ਜੇ ਤੂੰ ਸਦਾ ਹੀ ਸੁੱਖ ਚਾਹਨਾ ਤੇ ਫਿਰ ਆ ਪਰਮੇਸ਼ਵਰ ਦੀ ਸ਼ਰਨ, ਆ ਦਾਤੇ ਦੀ ਸ਼ਰਨ। ਜੇ ਤੇਰੇ ਮਨ ਵਿੱਚ ਹੈ ਹੀ ਨਹੀਂ, ਵੇਖੀ ਬਾਹਰੋਂ ਕਹਿਣਾ ਵੀ ਉਹਦੇ ਕੋਲ ਸੁੱਖ ਹੈ, ਮੇਰੇ ਕੋਲ ਵੀ ਆਵੇ, ਇਵੇਂ ਗੱਲ ਨਹੀਂ। ਸ਼ਰਨ ਵਿੱਚ ਆਉਣਾ ਪਏਗਾ। ਇੱਥੇ ਸੁੱਖ ਵੰਡੇ ਜਾ ਰਹੇ ਨੇ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੈ। ਮਾਲਕ ਦੀ ਸ਼ਰਨ ਦਾ ਆਸਰਾ ਲੈ, ਮਾਲਕ ਦੇ ਚਰਨਾਂ ਵਿੱਚ ਆ। ਆਖਿਆ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਸਾਗਰ ਦਾ ਪਾਣੀ
ਨੀਰ ਉਹਦਾ ਕਿਤੇ ਪਾਰਾਵਾਰ ਪਾ ਸਕਦੇ ਆ? ਉਹਨੇ ਔਗਣ ਨੇ ਮਾਲਕਾ ਉਦੋਂ ਵੱਡੇ ਪਤਿਤਾਂ ਪਰ ਮਿਹਰ ਕਰਦੇ ਦਾਤਿਆ, ਇੱਕ ਕਿਰਪਾ ਕਰਦੇ, ਸਾਡਾ ਵੀ ਪਤਿਤਾਂ ਦਾ ਉਧਾਰ ਕਰਦੇ। ਰੋਜ਼ ਗੁਰੂ ਅਰਜਨ ਦੇਵ ਇੱਕ ਬਚਨ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਲਕ ਪਵਿੱਤਰ ਕਰੇ ਤੇ ਉਦੋਂ ਬਾਅਦ ਜਾ ਕੇ ਤੂੰ ਪੁਨੀਤ ਹੋਣਾ। ਪਵਿੱਤਰ 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 ਪੁਨੀਤ 3 ਵਾਰੀ ਪਵਿੱਤਰ ਕਿਹਾ, ਆਖਿਆ ਹੁਣ ਤੂੰ ਪੁਨੀਤ ਹੋਏ ਹੈ। ਮਾਲਕ ਦੇ ਚਰਨਾਂ 'ਚ ਜੁੜ ਕੇ ਇਹ ਦਾਤ ਲੈ ਸਕਦਾ ਹੈ। ਇਹ ਵਡਿਆਈ ਹਜ਼ੂਰ ਦੇ ਚਰਨਾਂ 'ਚ ਹੈ, ਤੈਨੂੰ ਦਾਤੇ ਦੇ ਹਜ਼ੂਰ ਮਿਲ ਸਕਦੀ। ਅੱਗੇ ਕਿਰਪਾ ਕਰਦੇ ਨੇ ਇੱਥੇ ਮਹਾਰਾਜ ਕਹਿੰਦੇ ਪਤਿਤ ਪੁਨੀਤ ਅਸੰਖ ਹੋ ਹੈ। ਕਿੱਥੇ ਮਹਾਰਾਜ? ਹਰ ਚਰਨੀ ਮਨ ਲਾਗ। ਦਾਤਾ ਜੀ ਕਹਿੰਦੇ ਜਿਨ੍ਹਾਂ ਦਾ ਮਨ ਮਾਲਕ ਦੇ ਚਰਨਾਂ 'ਚ ਲੱਗ ਜਾਏ ਉਹ ਪਵਿੱਤਰ ਹੋ ਜਾਂਦੇ ਨੇ। ਇੱਥੇ ਰੋਜ਼ ਗੁਰੂ ਰਾਮਦਾਸ ਦੀ ਮਹਿਮਾ ਵਿੱਚ ਭੱਟ ਕਹਿੰਦੇ ਨੇ ਹਮ ਆਵ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਏ। ਅਸੀਂ ਅੰਮ੍ਰਿਤ ਛੱਡ ਕੇ ਬਾਹਰ ਬਿਖ ਖਾਂਦੇ ਫਿਰਨੇ ਆ। ਇੱਥੇ ਅੰਮ੍ਰਿਤ ਵੰਡਿਆ ਜਾ ਰਿਹਾ, ਉੱਥੇ ਅੰਮ੍ਰਿਤ ਵੰਡੀ ਹੈ, ਇੱਥੇ ਅੰਮ੍ਰਿਤ ਵੰਡਿਆ ਜਾ ਰਿਹਾ ਤੇ ਅਸੀਂ ਬਾਹਰ ਭੱਖ ਅਭੱਖ ਨਿੰਦਾ ਬਖੀਲੀ ਕੀ ਹੈ, ਸਾਰੇ ਬਿਖ ਖਾ ਰਹੇ ਜ਼ਹਿਰ। ਇੱਥੇ ਬਾਂਗੇ ਗੁਰੂ ਵਡਿਆਈ ਗੁਰੂ ਉਸਤਤੀ ਗੁਣ ਗਾਇਨ ਹੋਣਗੇ, ਅੰਮ੍ਰਿਤ ਮਿਲੇਗਾ। ਔਗਣਾ ਦੇ ਪਹਿਲਾਂ ਭਰੇ ਆ, ਏਕ ਗੁਣ ਨਾਹੀ, ਇੱਕ ਵੀ ਗੁਣ ਸਾਡੇ ਕੋਲ ਨਹੀਂ। ਮਲ ਕੋਲ ਬੈਠੀਏ, ਉਹਦੇ ਗੁਣ ਗਾਇਨ ਕਰੀਏ, ਉਹਦੀਆਂ ਵੱਡੀਆਂ ਦਾਤਾਂ ਇਹ ਬਖਸ਼ਿਸ਼ਾਂ ਗੁਰਮੁਖੋਂ ਪ੍ਰਾਪਤ ਕਰੀਏ। ਅੱਗੇ ਬਚਨ ਕਰਦੇ ਨੇ ਜਿਹੜੇ ਤੇਰੇ ਚਰਨੀ ਲੱਗ ਗਏ ਨੇ ਉਹਨਾਂ ਨੂੰ ਪਵਿੱਤਰ ਕਰ ਦਿੱਤਾ। ਮਾਲਕ ਕਹਿੰਦੇ 68 ਤੀਰਥ ਨਾਮ ਪ੍ਰਭ, ਜਿਸ ਨਾਨਕ ਮਸਤਕ ਭਾਗ। 8 ਤੇ 60 ਨੇ 68 ਤੀਰਥ ਸਨਾਤਨੀ ਵੀਰਾਂ ਦੇ ਪਾਵਨ ਮੰਨੇ। ਮਾਘ ਮਹੀਨੇ 'ਚ ਇਸ਼ਨਾਨ ਕਰਨ ਜਾਂਦੇ, ਪ੍ਰਯਾਗ ਤੀਰਥ ਵੱਡਾ ਜਾਣੇ। ਗੁਰੂ ਨਾਨਕ ਦਾ ਘਰ ਕਹਿੰਦਾ ਸਵਈਏ ਕਹਿੰਦੇ ਨੇ ਸਤਿਗੁਰੂ ਦੇ ਦਰਸ਼ਨ ਪਰਸਿਆ ਗੁਰੂ ਕੈ 68 ਮੱਝਨ ਹੋਏ। ਮਹਾਰਾਜ ਕਹਿੰਦੇ ਜੇ ਗੁਰੂ ਦੇ ਦਰਸ਼ਨ ਕਰ ਲਵੇਂ ਤੈਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ। ਮੱਝਨ ਚੁਬਾ ਲਾ ਲਵੇਂ, ਇਸ਼ਨਾਨ ਕਰ ਲੈ। ਦਰਸ਼ਨ ਪਰਸਿਆ ਗੁਰੂ ਕੈ 68 ਮੱਝਨ ਹੋਏ। ਇੱਕ ਬਚਨ ਪੜਦੇ ਆ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਮਹਾਰਾਜ ਕਹਿੰਦੇ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾਂਦਾ, ਉਹ ਦੁੱਖ ਗੁਰੂ ਕੱਟਦਾ ਹੈ। ਗੁਰੂ ਤੋਂ ਬਿਨਾ ਕੋਈ ਦੂਜਾ ਨਹੀਂ। ਦਾਤਾ ਜੀ ਫਰਮਾਉਂਦੇ ਕਹਿੰਦੇ 68 ਤੀਰਥ ਨਾਮ ਪ੍ਰਭ, ਇਹ ਪ੍ਰਭੂ ਦਾ ਨਾਮ ਹੀ 68 ਤੀਰਥ। ਪਰ ਇਹਦੀ ਬਖਸ਼ਿਸ਼ ਕੀ ਹੈ? ਪਾਤਸ਼ਾਹ ਕਹਿੰਦੇ ਨੇ, ਨਾਨਕ ਸਤਿਗੁਰੂ ਕਹਿੰਦੇ ਨੇ ਜਿਸ ਨਾਨਕ ਮਸਤਕ ਭਾਗ। ਮਸਤਕ ਦੇ ਕੱਕੇ ਨੂੰ ਸਿਹਾਰੀਏ, ਮੱਥੇ ਤੇ ਜਿਹਦੇ ਪੂਰਬਲਾ ਕੋਈ ਭਾਗ ਜਾਗ ਪਵੇ ਉਹ ਮਾਲਕ ਕੋਲ ਆ ਕੇ ਇਹ ਦਾਤ ਲੈਂਦਾ, ਤਾਂ ਕਿਤੇ ਦਰਸ਼ਨ ਹੁੰਦੇ ਨੇ, ਇੰਜ ਨਹੀਂ ਹੁੰਦੇ। ਗੁਰਮੁਖੋ ਇਹ ਵੱਡੇ ਭਾਗਾਂ ਦੇ ਨਿਸ਼ਾਨੀ ਹੈ ਜਦੋਂ ਅਸੀਂ ਗੁਰੂ ਕੋਲ ਆ ਕੇ ਗੁਰੂ ਦੇ ਦਰਸ਼ਨ ਕਰ। ਕਿਤੇ ਪੁੱਛਣ ਦੀ ਲੋੜ ਨਹੀਂ ਸਾਡੇ ਭਾਗ ਵਿੱਚ ਕੀ ਹੈ ਕੀ ਨਹੀਂ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਜਦੋਂ ਗੁਰੂ ਕੋਲ ਬੈਠ ਗਏ, ਗੁਰੂ ਦੇ ਦਰਸ਼ਨ ਕੀਤੇ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਇਹ ਵੱਡੇ ਭਾਗਾਂ ਦੀ ਦਾਤ ਗੁਰੂ ਕੋਲ ਪਾਤਸ਼ਾਹ ਕੋਲੋਂ ਪ੍ਰਾਪਤ ਕੀਤੀ ਜਾਂਦੀ ਜਦੋਂ ਇਹ ਮਸਤਕ ਨਿਭਦਾ ਮਾਲਕ ਦੇ ਹਜ਼ੂਰ ਪਾਤਸ਼ਾਹ ਦੇ ਚਰਨਾਂ 'ਚ। ਅੱਗੇ ਕਿਰਪਾ ਕਰਦੇ ਨੇ ਪੌੜੀ ਵਿੱਚ ਭਾਵ ਦਿੱਤਾ ਦੋਨਾਂ ਦਾ। ਕੀ ਇਹ ਦਾਤਾਂ ਕਿਵੇਂ ਮਿਲਣ? ਧੂੜੀ ਵਿੱਚ ਵੀ ਰਵੇ, ਇਹ ਪੁਨੀਤ ਵੀ ਹੋ ਜਾਏ, ਇਹਦੇ ਲਈ ਕੰਮ ਕਰਨਾ ਪਏਗਾ। ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਿਗਾਰ ਦਾ। ਪਰਵਦਿਗਾਰ ਜਿਹੜਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਉਹਦਾ ਨਿਤਾ ਪ੍ਰਤ, ਨਿਤ ਦਾ ਤੱਤਾ ਬਹੁਵਚਨ ਮੁਕਤਾ ਹੈ। ਰੋਜ਼ ਜਪਿਆ ਕਰ ਸਾਸ ਗਿਰਾਸ। ਆਉਂਦੇ ਜਾਂਦੇ ਸਾਹ ਨਾਲ, ਗਿਰਾਸ ਗਰਾਈ ਦੇ ਸਾਹ ਨਾਲ ਵੀ ਕਿਹਾ ਜਾਂਦਾ। ਜਿਵੇਂ ਸਤਪੁਰਖਾਂ ਲਈ ਬਚਨ ਵਰਤਿਆ ਜਾਂਦਾ ਨਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਰੋਜ਼ ਸਾਸ ਗਿਰਾਸ ਮਹਾਰਾਜ ਕਹਿੰਦੇ ਜਪਿਆ ਕਰ।
ਮਹਾਰਾਜ ਕਹਿੰਦੇ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਉਹ ਹਰ ਸਾਹ ਨਾਲ ਸਾਡੀ ਸੰਭਾਲ ਕਰਦਾ, ਉਹ ਪ੍ਰਭੂ, ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ। ਤਾਂ ਗੁਰੂ ਪਿਤਾ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ, ਹਰ ਆਉਂਦੇ ਜਾਂਦੇ ਸਾਹ ਨਾਲ ਜਪ। ਮਹਾਰਾਜ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਵੀ ਭਾਵ ਹੈ ਸਾਸ, ਇਹ ਦਮ ਵਿਅਰਥ ਨਾ ਜਾਏ, ਕੋਈ ਦਮ ਅਜਾਈ ਨਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਕੋਈ ਵੀ ਸਾਹ ਖਾਲੀ ਨਾ ਜਾਏ ਵਾਹਿਗੁਰੂ ਕਹੇ ਤੋਂ ਬਿਨਾ। ਨਿਤ ਜਪਿਐ ਸਾਸ ਗਿਰਾਸ, ਨਾਉ ਪਰਵਦਿਗਾਰ ਦਾ। ਅੱਗੇ ਮਿਹਰ ਕਰਦੇ ਨੇ ਜਿਸਨੋ ਕਰੇ ਰਹਿਮ ਤਿਸ ਨਾ ਵਿਸਾਰਦਾ। ਜਿਹਦੇ ਤੇ ਰਹਿਮਤ ਕਰ ਦਿੰਦਾ ਉਹਨੂੰ ਵਿਸਾਰਦਾ ਨਹੀਂ। ਜੇ ਰੋਜ਼ ਉਹ ਸਤਿਗੁਰੂ ਨੂੰ ਚੇਤੇ ਕਰਦਾ ਤੇ ਗੁਰੂ ਵੀ ਆਪਣੇ ਸਿੱਖਾਂ ਨੂੰ ਰੋਜ਼ ਪਿਆਰਿਆਂ ਨੂੰ ਚੇਤੇ ਕਰਦਾ, ਉਹ ਪਾਲਦਾ, ਉਹ ਰਹਿਮ ਕਰਦਾ ਹੈ। ਇਸ ਕਰਕੇ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਰਹਿਮ ਕਰਦਾ ਜਿਸਨੋ, ਜਿਸ ਦੇ ਉੱਤੇ ਕਰੇ ਰਹਿਮ ਤਿਸ ਨਾ ਵਿਸਾਰਦਾ। ਆਪ ਉਪਾਵਨਹਾਰ ਆਪੇ ਹੀ ਮਾਰਦਾ। ਆਪ ਪੈਦਾ ਕਰਦਾ, ਸੰਭਾਲਦਾ ਹੈ, ਆਪੇ ਹੀ ਸਾਰਿਆਂ ਦੇ ਨਾਸ਼। ਉਹਦੇ ਤੋਂ ਬਿਨਾਂ ਕਹਿੰਦੇ ਦੂਜਾ ਹੈ ਕੋਈ ਨਹੀਂ। ਇਹ ਮਤ ਵਿੱਚ ਭਰਮ ਨਾ ਰੱਖੀਏ ਕੋਈ ਦੂਜਾ ਹੋਵੇ। ਸੰਖੇਪ ਜਿਹਾ ਗਿਆਨੀ ਮਾਨ ਸਿੰਘ ਝੌਰ ਦਾ ਨੁਕਤਾ ਵਿਦਵਾਨ ਪੁਰਖ ਦਰਜ ਕਰਦੇ ਨੇ। ਗੁਰਮੁਖੋ ਇਸ ਸਟੇਜ ਤੇ ਉਹਨਾਂ ਨੇ ਬਚਨ ਕਿਹਾ ਸੀ, ਜਦੋਂ ਬਚਨ ਦੇ ਵਿਚਾਰ ਕਰ ਰਹੇ ਸਨ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀ ਬਾਣ। ਮਾਲਕਾ ਤੇਰੇ ਦਰ ਤੇ ਲੱਗੀ ਹੋਈ ਹੈ ਲੈਣ, ਤੇਰੇ ਦਰ ਤੋਂ ਸਾਰੇ ਮਾਲਕਾ ਦਾਤਾਂ ਲੈ ਰਹੇ ਨੇ, ਝੋਲੀਆਂ ਭਰ ਰਹੇ ਨੇ। ਤੇ ਕਹਿੰਦੇ ਮਾਨ ਸਿੰਘ ਝੌਰ ਉਸੇ ਲੈਣ ਉਸੇ ਕਤਾਰ ਵਿੱਚ ਖਲੋਤਾ ਹੈ। ਤੇ ਜਦੋਂ ਵਾਰੀ ਆਈ ਤੇ ਕਹਿੰਦੇ ਮਾਲਕ ਸਤਿਗੁਰੂ ਤੇਗ ਬਹਾਦਰ ਨੇ ਛੜਾ ਦਿੱਤਾ, ਦਾ ਝੌਰ ਸਿੰਘਾ ਤੇਰੇ ਦਾਣੇ ਖਿਲਾਰੇ ਨੇ, ਚੁਗਦਾ ਰਹੋ ਚੁਗਦਾ ਰਹੋ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਕਹਿੰਦੇ ਬਖਸ਼ਿਸ਼ਾਂ ਵਰਤਾ ਰਹੇ ਨੇ ਗੁਰੂ ਤੇਗ ਬਹਾਦਰ। ਭਾਵ ਗੁਰਮੁਖੋ ਉਹ ਆਪ ਸਾਰਾ ਕੁਝ ਪੈਦਾ ਕਰਦਾ, ਆਪ ਸਾਰਿਆਂ ਦੀ ਜਿੱਥੇ ਜਿੱਥੇ ਕਿਰਿਆ ਦਾਤ ਦਿੱਤੀ ਹੈ। ਅਸੀਂ ਤੇ ਸਾਰੇ ਉਹਦੇ ਦਰ ਦੇ ਭਿਖਾਰੀ ਹਾਂ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮਹਾਰਾਜ ਅਸੀਂ ਤੇਰੇ ਦਰ ਦੇ ਭਿਖਾਰੀ। ਉਹ ਦਾਤਾਂ ਦੇ ਰਹੇ ਹੈ, ਇਹ ਬਖਸ਼ਿਸ਼ਾਂ ਰੋਜ਼ ਵੰਡਦੇ ਨੇ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਆਪ ਕਿਰਪਾ ਕਰਦਾ। ਅੱਗੇ ਸਭ ਕਿਛ ਜਾਣੈ ਜਾਣ ਬੁੱਝ ਵਿਚਾਰਦਾ, ਸਾਰਾ ਕੁਝ ਆਪ ਜਾਣਦਾ ਹੈ ਤੇ ਉਸ ਗੱਲ ਨੂੰ ਬੁੱਝ ਕੇ ਐਵੇਂ ਨਹੀਂ। ਮਹਾਰਾਜ ਕਹਿੰਦੇ ਇਹ ਪ੍ਰਗਟ ਕਰਦਾ ਹੈ, ਇਹ ਮਿਹਰ ਕਰਦਾ ਹੈ ਤੇ ਵਿਚਾਰਦਾ ਹੈ। ਰੋਜ਼ ਗੁਰੂ ਸਾਹਿਬ ਕਹਿੰਦੇ ਨੇ ਇਹ ਦਾਤ ਮਾਲਕ ਦੇ ਕੋਲੋਂ ਹੀ ਮਿਲਦੀ ਹੈ, ਪਾਤਸ਼ਾਹ ਤੋਂ ਬਿਨਾਂ ਨਹੀਂ। ਗੁਰਮੁਖ ਮਹਾਰਾਜ ਕਹਿੰਦੇ ਇਹ ਮਿਲਦੀ ਦਾਤ ਦਾਤਾ ਜੀ ਤੇਰੀ ਕਿਰਪਾ ਨਾਲ, ਤੇਰੀ ਬਖਸ਼ਿਸ਼ ਨਾਲ। ਮਹਾਰਾਜ ਇਹ ਕਿਰਪਾ ਕਿਵੇਂ? ਕਹਿੰਦੇ ਸਭ ਕਿਛ ਜਾਣੈ ਜਾਣ ਬੁੱਝ ਵਿਚਾਰਦਾ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਅਨੇਕਾਂ ਰੂਪ ਇੱਕ ਖਿਨ ਲਾਂਦਾ, ਖਿਨ ਮੈਂ ਥਾਪ ਉਹ ਥਾਪ ਦਾ। ਖਿਨ ਵਿੱਚ ਅੱਖ ਚਮਕਣ ਦੇ ਫੌਰ ਕੋਈ ਬਹੁਤੀ ਦੇਰੀ ਨਹੀਂ ਲਾਂਦਾ। ਉਹਨੇ ਤੇ ਇੱਕ ਖਿਨ ਵਿੱਚ ਬਖਸ਼ਿਸ਼ ਹੋ ਗਈ, ਝੋਲੀਆਂ ਭਰ ਦੇਣੀਆਂ ਨੇ, ਕੋਈ ਕਮੀ ਨਹੀਂ ਰਹਿਣ ਦਿੰਦਾ। ਗਿਆਨੀ ਸੰਤ ਸਿੰਘ ਮਸਕੀਨ ਬੜਾ ਪਿਆਰਾ ਬਚਨ ਕਹਿ ਕਰਦੇ ਸੀ, ਕਹਿੰਦੇ ਵਰਖਾ ਹੁੰਦੀ ਹੋਵੇ, ਮੀਂਹ ਪੈਂਦਾ ਹੋਵੇ, ਕੋਈ ਰੱਖ ਦੇਵੇ ਜੱਗ ਬਾਲਟੀ ਤੇ ਕੋਈ ਰੱਖ ਦੇਵੇ ਟੱਬ ਭਰ ਦੇਵੇ ਕੜਾਏ, ਤੇ ਕੜਾਏ ਵਾਲਾ ਰੱਬ ਨੂੰ ਦਵੇ ਉਲਾਮਾ। ਆਖਿਆ ਮੈਨੂੰ ਤੇ ਵਾਹਿਗੁਰੂ ਜਿਹਦੇ ਕੋਲ ਟੱਬ ਬਾਲਟੀ ਉਹ ਦਵੇ ਉਲਾਮਾ, ਮਾਲਕਾ ਤੂੰ ਇਹਦੇ ਕੜਾਏ ਭਰ ਦਿੱਤੇ ਨੇ ਤੇ ਮੈਨੂੰ ਥੋੜਾ ਪਾਣੀ ਦਿੱਤਾ। ਰੱਬ ਕਹਿੰਦਾ ਨਹੀਂ ਭਲਿਆ, ਮੈਂ ਤਾਂ ਵਰਖਾ ਗੁੜੀ ਲਾਈ ਬੈਠਾ ਸਾਂ, ਤੂੰ ਭਾਂਡਾ ਹੀ ਛੋਟਾ ਬਣਾ ਕੇ ਰੱਖਿਆ ਸੀ, ਦਾਤ ਤੇ ਤੈਨੂੰ ਵੀ ਵੱਡੀ ਹੋਈ ਦੇਣੀ ਸੀ। ਅਸੀਂ ਗੁਰਮੁਖੋਂ ਭਾਂਡੇ ਵੱਡੇ ਬਣਾਈਏ। ਹਿਰਦਾ ਪ੍ਰੇਮ ਸ਼ਰਧਾ ਭਾਵਨਾ ਨਾਲ ਵੱਡਾ ਹੁੰਦਾ ਹੈ। ਜਿੰਨਾ ਗੁਰੂ ਅੱਗੇ ਅਕੀਦਾ ਅਰਪਣ ਹੁੰਦਾ ਹੈ, ਗੁਰੂ ਓਡੀ ਵੱਡੀ ਬਖਸ਼ਿਸ਼ ਕਰਦਾ ਹੈ।
ਇਹ ਕਹੀਏ ਦਾਤਾ ਸਾਡੀ ਝੋਲੀ ਵੱਡੀ ਕਰ, ਤੂੰ ਦਾਤ ਵੱਡੀ ਪਾਣ ਵਾਲਾ ਹੈ, ਮਾਲਕਾ ਤੂੰ ਵੱਡੀ ਮਿਹਰ ਕਰ। ਇਸ ਕਰਕੇ ਮਹਾਰਾਜ ਕਹਿੰਦੇ ਅਣਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਜਿਸ ਨੂੰ ਲਾਏ ਸੱਚ ਤਿਸੈ ਉਧਾਰਦਾ। ਜਿਹਨੂੰ ਸੱਚ ਚ ਲਾ ਲੈਂਦਾ ਉਧਾਰ ਕਰ ਦਿੰਦਾ। ਉਹਦੇ ਤੋਂ ਬਿਨਾ ਕਹਿੰਦੇ ਕੌਣ ਹੈ ਦੂਜਾ ਐਡੀ ਕਿਰਪਾ ਕਰ ਸਕੇ, ਐਡੀ ਨਦਰ ਕਰ ਸਕੇ। ਇਹ ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਆਪ ਹੀ ਹੈ। ਹਰੇਕ ਗੱਲ ਜਾਣਦਾ ਹੈ, ਹਰ ਵਿਚਾਰ ਕਰਦਾ ਹੈ। ਕੁਦਰਤ ਅਨੇਕਾਂ ਰੂਪ ਬਣਾ ਕੇ ਮਨੁੱਖ ਦੇ ਉੱਤੇ ਮਿਹਰ ਕਰੀ ਜਾਂਦਾ, ਸੱਚ ਵਿੱਚ ਰੱਖਦਾ ਉਸ ਨੂੰ। ਮਿਹਰ ਕੀ ਕੀਤੇ? ਮਹਾਰਾਜ ਕਹਿੰਦੇ ਅਣਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਜਿਸ ਨੂੰ ਲਾਏ ਸੱਚ ਤਿਸੈ ਉਧਾਰਦਾ। ਜਿਸ ਦੇ ਵੱਲ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਵੱਲ ਹੋ ਜਾਏ, ਵੱਲ ਉਹਦੀ ਤਰਫ। ਵੱਲ ਸ਼ਬਦ ਬੜਾ ਕੀਮਤੀ, ਬੜੀ ਥਾਵਾਂ ਵਰਤਿਆ ਜਾਂਦਾ ਹੈ। ਆ ਸਬਜ਼ੀਆਂ ਦੀਆਂ ਵੱਲਾਂ ਕਹਿੰਦੇ ਨਾ, ਆ ਫਲਾਣੀ ਵੱਲ, ਆ ਕੱਦੂਆਂ ਦੀ ਵੱਲ ਜੀ, ਆ ਕਰੇਲਿਆਂ ਦੀ ਵੱਲ। ਇੱਕ ਵੱਲ ਉਹਦੇ ਵੱਲ, ਮੇਰੇ ਵੱਲ ਹੈ ਕੋਈ? ਭਾਈ ਤੂੰ ਕਿਹਦੇ ਵੱਲ ਹੈ, ਕਿਹਦੀ ਤਰਫ ਹੈ? ਭਾਵ ਜਿਵੇਂ ਭਾਈ ਸਾਹਿਬ ਸਿੰਘ ਸਾਹਿਬ ਜੀ ਨੇ ਪੌੜੀ ਪੜ੍ਹੀ ਸੀ ਪਹਿਲਾਂ, ਜਾਂ ਤੂੰ ਮੇਰੇ ਵੱਲ ਤਾਂ ਕਿਆ ਮੋਏ ਛੰਦਾ। ਮਹਾਰਾਜ ਕਹਿੰਦੇ ਤੂੰ ਮੇਰੇ ਵੱਲ ਹੈ, ਮੈਨੂੰ ਕਾਦੀ ਮੋਹ ਛੰਦ ਕੀ। ਇਸ ਤਰ੍ਹਾਂ ਇੱਥੇ ਕਹਿੰਦੇ ਨੇ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਵੱਲ ਮਾਲਕ ਹੋ ਜਾਏ ਉਹ ਹਾਰਦਾ ਨਹੀਂ, ਉਹ ਜੀਵਨ ਦੀ ਬਾਜੀ ਜਿੱਤ ਕੇ ਜਨਮ ਸਫਲ ਕਰ ਜਾਂਦਾ ਹੈ। ਸਦਾ ਅਭਾਗ ਦੀਵਾਨ ਹੈ, ਹਾਂ ਤਿਸ ਨਮਸਕਾਰ ਦਾ। ਉਹਦਾ ਦੀਵਾਨ ਅਭਾਗ ਹੈ, ਇਹ ਦਰਬਾਰ ਦੀਵਾਨ ਅਟਲ ਹੈ। ਇਥੋਂ ਨਹੀਂ ਕਿਤੇ ਕੋਈ ਭੱਜ ਸਕਦਾ, ਇੱਥੇ ਸਾਰੀ ਗੱਲ ਬੰਨਣੀ ਹੈ। ਪਾਤਸ਼ਾਹ ਕਹਿੰਦੇ ਮੈਂ ਐਸੇ ਮਾਲਕ ਨੂੰ ਸਦਾ ਨਮਸਕਾਰ ਕਰਦਾ। ਨਮਸਕਾਰ ਉਹਦੇ ਚਰਨਾਂ ਵਿੱਚ ਹੈ। ਇੱਥੋਂ ਹੀ ਆਰੰਭ ਕੀਤਾ ਸੀ, ਮਾਲਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂੜ। ਧੂੜ ਹੋਈਏ, ਮਾਲਕ ਦੇ ਚਰਨਾਂ 'ਚ ਜੁੜੀਏ। ਪੌੜੀ ਦੀਆਂ ਅਖੀਰਲੀਆਂ ਤੁਕਾਂ ਨੇ ਗਰੀਬ ਨਵਾਜ ਜੀ ਦੀਆਂ, ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ, ਸਦਾ ਅਭਾਗ ਦੀਵਾਨ ਹੈ, ਹਾਂ ਤਿਸ ਨਮਸਕਾਰ ਦਾ। ਅਸੀਂ ਵੀ ਸਾਰੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰੀਏ, ਕਿਉਂਕਿ ਪ੍ਰਭੂ ਦਾ ਦਰਬਾਰ ਅਟਲ ਹੈ। ਇੱਥੇ ਗਰੀਬ ਨਵਾਜ ਕਿਰਪਾ ਕਰਦੇ ਨੇ, ਜਿਹੜੇ ਨਮਸਕਾਰ ਕਰਦੇ ਸਤਿਗੁਰੂ ਸਾਰਿਆਂ ਦੀਆਂ ਦਾਤਾਂ ਦੇ ਨਾਲ ਝੋਲੀਆਂ ਭਰ ਕੇ ਨਿਵਾਜ